BA ਭਾਗ ਦੂਜਾ ਪੰਜਾਬੀ ਆਨਰਸ। ਉਹਦੇ ਵਿੱਚ ਅਸੀਂ ਸਾਹਿਤ ਅਤੇ ਲੋਕ ਸਾਹਿਤ ਵਾਲਾ ਪਾਠ ਕਰ ਰਹੇ ਸੀ। ਲੋਕ ਕਾਵਿ ਅਸੀਂ ਨੇ ਕਰ ਲਿਆ ਤੇ ਅਗਲਾ ਪਾਠ ਹੈਗਾ ਲੋਕ ਕਹਾਣੀ ਦਾ। ਲੋਕ ਸਾਹਿਤ ਦਾ ਅਗਲਾ ਰੂਪ ਲੋਕ ਕਹਾਣੀ। ਲੋਕ ਕਹਾਣੀ ਜਿਹੜੀ ਹੈ ਲੋਕ ਕਾਵਿ ਤੋਂ ਮਗਰੋਂ ਸਭ ਤੋਂ ਵੱਡਾ ਹਿੱਸਾ ਜਿਹੜਾ ਹੈ ਲੋਕ ਸਾਹਿਤ ਦੇ ਵਿੱਚ ਲੋਕ ਕਹਾਣੀਆਂ ਦਾ ਹੈ। ਲੋਕ ਕਹਾਣੀ ਵਿੱਚ ਬਿਰਤਾਂਤ ਦਾ ਤੱਤ ਭਾਰੂ ਹੁੰਦਾ ਹੈ। ਹੁਣ ਬਿਰਤਾਂਤ ਕੀ ਹੁੰਦਾ ਬੇਟੇ? ਬਿਰਤਾਂਤ ਕੋਈ ਵੀ ਬਿਉਰਾ, ਵੇਰਵਾ, ਵਿਵਰਣ ਜਿਹੜਾ ਕੰਪਲੀਟ ਹੋਵੇ ਵਿਦ ਅੰਤ ਵੀ ਉਹਦਾ ਹੋਵੇ। ਠੀਕ ਹੈ, ਇੱਕ ਕੰਪਲੀਟ ਬਿਉਰਾ। ਇਹਦੇ ਵਿੱਚ ਜਿਹੜੀ ਕਹਾਣੀ ਹੈ ਤੇ ਨਾਵਲ ਹੈ ਇਹ ਬਿਰਤਾਂਤ ਹੁੰਦੇ ਨੇ। ਮਤਲਬ ਕਿ ਕਹਾਣੀ ਜਿਹਦੇ ਵਿੱਚ ਕੋਈ ਕਹਾਣੀ ਸ਼ੁਰੂ ਕੀਤੀ ਜਾਂਦੀ ਹੈ ਤੇ ਖਤਮ ਕੀਤੀ ਜਾਂਦੀ ਹੈ, ਸੁਣਾਈ ਜਾਂਦੀ ਹੈ, ਉਹ ਬਿਰਤਾਂਤ ਨੇ। ਸਾਡੇ ਆਧੁਨਿਕ ਲਿਟਰੇਚਰ ਦੇ ਵਿੱਚ ਵੀ ਜਿਹੜਾ ਨਾਵਲ ਅਤੇ ਕਹਾਣੀ ਹੈ ਇਹ ਬਿਰਤਾਂਤ ਨੇ। ਲੋਕ ਕਹਾਣੀ ਦੇ ਵਿੱਚ ਜਿਹੜਾ ਬਿਰਤਾਂਤ ਹੁੰਦਾ ਹੈ, ਮਤਲਬ ਕਿ ਜਿਹੜੀ ਕਹਾਣੀ ਹੁੰਦੀ ਹੈ ਉਹ ਫਾਰਮੈਟ ਹੁੰਦਾ ਹੈ, ਉਹਦਾ ਤੱਤ ਭਾਰੂ ਹੁੰਦਾ ਹੈ। ਸਿੱਖਿਆ, ਉਦੇਸ਼ ਜਾਂ ਨਸੀਹਤ ਦੇਣਾ ਇਸ ਦਾ ਮੁੱਖ ਮਨੋਰਥ ਹੁੰਦਾ ਹੈ। ਹੁਣ ਜਿਹੜਾ ਲੋਕ ਸਾਹਿਤ ਹੈ ਇਹ ਸਿਰਫ ਲੋਕਾਂ ਦਾ ਮਨੋਰੰਜਨ ਹੀ ਨਹੀਂ ਕਰਦਾ, ਸਮਾਂ ਉਹਨਾਂ ਨੂੰ ਸਿੱਖਿਆ ਵੀ ਦਿੰਦਾ ਹੈ। ਇਹ ਕਹਿ ਲਓ ਕਿ ਇਹ ਸਾਡਾ ਇੱਕ ਟ੍ਰੈਡੀਸ਼ਨਲ ਤਰੀਕਾ ਰਿਹਾ ਹੈ। ਹੁਣ ਤਾਂ ਆਧੁਨਿਕ ਜ਼ਮਾਨੇ ਦੇ ਵਿੱਚ ਸਿੱਖਿਆ ਦੇ ਫਾਰਮਲ, ਇਨਫਾਰਮਲ ਕਿੰਨੇ ਢੰਗ ਤਰੀਕੇ ਜਿਹੜੇ ਨੇ ਸਾਨੂੰ ਮਿਲਦੇ ਨੇ। ਜਿਹੜੇ ਪੁਰਾਣੀਆਂ ਪੀੜ੍ਹੀਆਂ ਸੀਗੀਆਂ, ਪਹਿਲਾਂ ਜਿਹੜੇ ਲੋਕ ਸੀਗੇ, ਇਹ ਨਹੀਂ ਸੀਗਾ ਕਿ ਉਹ ਅਨਪੜ੍ਹ ਸੀਗੇ ਤਾਂ ਉਹਨਾਂ ਨੂੰ ਕੋਈ ਸਮਝ ਨਹੀਂ ਸੀ। ਉਹਨਾਂ ਦੀ ਸੋਝੀ ਬਹੁਤ, ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਸਾਡੇ ਨਾਲੋਂ, ਆਧੁਨਿਕ ਲੋਕਾਂ ਨਾਲੋਂ ਵੀ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕ ਕੁਦਰਤ ਦੇ ਨੇੜੇ ਸੀ, ਸਧਾਰਨ ਸੀਗੇ, ਜੀਵਨ ਨੂੰ ਸਮਝਦੇ ਸੀ। ਤਾਂ ਜਿਹੜਾ ਲੋਕ ਕਹਾਣੀਆਂ ਨੇ ਜਾਂ ਜਿਹੜਾ ਸਮੁੱਚਾ ਲੋਕ ਸਾਹਿਤ ਹੈ ਇਹ ਇੱਕ ਤਰੀਕੇ ਨਾਲ ਸਾਡੇ ਲਈ ਸਕੂਲ ਦਾ ਵੀ ਕੰਮ ਕਰਦਾ ਸੀ ਕਿ ਬੱਚਿਆਂ ਨੂੰ ਸਿਖਲਾਈ ਕਿਵੇਂ ਦੇਣੀ ਹੈ, ਚੰਗੀਆਂ ਵੈਲਿਊਜ਼, ਚੰਗੀਆਂ ਕਦਰਾਂ ਕੀਮਤਾਂ, ਉਹਨਾਂ ਨੂੰ ਵਿਵਹਾਰਕ ਜੀਵਨ ਦਾ ਗਿਆਨ ਕਿਵੇਂ ਦੇਣਾ ਹੈ, ਇਹ ਸਭ ਕੁਝ ਲੋਕ ਸਾਹਿਤ ਦੇ ਵਿੱਚ ਪਿਆ। ਜਿਵੇਂ ਵਿਵਹਾਰਕ ਜੀਵਨ ਦੇ ਗਿਆਨ ਦੀ ਗੱਲ ਕਰੀਏ ਤਾਂ ਸਾਡੀਆਂ ਬੁਝਾਰਤਾਂ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਕਿਸੇ ਨਾਲ ਸਾਡਾ ਲੌਜਿਕ ਜਿਹੜਾ ਹੈ ਉਹ ਸਟਰੋਂਗ ਕਰਦੀਆਂ ਨੇ। ਤਾਂ ਜਿਹੜੀ ਕਹਾਣੀ ਜਦੋਂ ਬੱਚੇ ਨੂੰ ਸੁਣਾਈ ਜਾਂਦੀ ਹੈ ਤਾਂ ਅਸੀਂ ਉਹਦੇ ਵਿੱਚ ਕਰਦੇ ਹਾਂ ਕਿ ਕਹਾਣੀ ਦਾ ਫਿਰ ਜਿਹੜਾ ਹੈ ਇਹਦੇ ਵਿੱਚੋਂ ਸੰਦੇਸ਼ ਕੀ ਮਿਲਦਾ ਹੈ, ਤਾਂ ਸੰਦੇਸ਼ ਅਸੀਂ ਉਹਦੀ ਸਿੱਖਿਆ ਨੂੰ ਕੱਢਦੇ ਹੁੰਦੇ ਹਾਂ ਆਮ ਤੌਰ ਤੇ। ਤਾਂ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਕਹਾਣੀਆਂ ਨੇ ਉਹ ਸਾਨੂੰ ਸਿੱਖਿਆ ਦੇਣ ਦਾ ਵੀ ਜਿਹੜਾ ਕਾਰਜ ਕਰਦੀਆਂ ਨੇ। ਉਹਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ, ਕਿਉਂ ਸੁਣਾਈ ਜਾਵੇ ਬੱਚੇ ਨੂੰ। ਉਮਰ ਮੁਤਾਬਕ ਜਿਹੜੀਆਂ ਨੇ ਸਾਡੇ ਕੋਲ ਲੋਕ ਸਾਹਿਤ ਹੈਗਾ, ਕਿਉਂ ਬੱਚਿਆਂ ਲਈ, ਜਵਾਨਾਂ ਲਈ, ਬੁੱਢਿਆਂ ਲਈ ਉਹ ਚੀਜ਼ਾਂ ਬਣੀਆਂ ਹੋਈਆਂ ਨੇ, ਤਾਂ ਉਹਦਾ ਕੋਈ ਨਾ ਕੋਈ ਮੰਤਵ ਹੈ। ਜੇ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ ਤਾਂ ਉਸ ਕਹਾਣੀ ਸੁਣਾਉਣ ਦਾ ਕੋਈ ਨਾ ਕੋਈ ਮੰਤਵ ਹੈ, ਉਹਦੇ ਵਿੱਚ ਕੋਈ ਨਾ ਕੋਈ ਨਸੀਹਤ ਦੇਣੀ ਹੈ, ਕੋਈ ਨਾ ਕੋਈ ਸਮਝ ਦੇਣੀ ਹੈ ਉਸ ਬੱਚੇ ਨੂੰ। ਇਸ ਦਾ ਮੁੱਖ ਮਨੋਰਥ ਹੁੰਦਾ ਹੈ ਜਿਹੜੀ ਲੋਕ ਕਹਾਣੀ ਹੈ। ਉਹਦੇ ਨਾਲੋਂ ਨਾਲ ਰੌਚਕਤਾ ਹੈ। ਰੌਚਕਤਾ ਭਰਪੂਰ ਕਹਾਣੀ ਤਾਂ ਹੀ ਬੱਚਾ ਸੁਣੇਗਾ ਜੇ ਉਹ ਇੰਟਰਸਟਿੰਗ ਹੋਏਗੀ। ਉਤਸੁਕਤਾ ਹੈ। ਉਤਸੁਕਤਾ ਮੀਨਸ ਅੱਗੇ ਕੀ ਹੋਏਗਾ, ਇਸ ਤੋਂ ਬਾਅਦ ਕੀ ਹੋਏਗਾ, ਇਹ ਅਸਚਰਜ ਜਿਹੜਾ ਹਮੇਸ਼ਾ ਬਣਿਆ ਰਹਿੰਦਾ, ਫੇਰ ਕੀ ਹੋਇਆ, ਇਹ ਸਾਰੀਆਂ ਚੀਜ਼ਾਂ। ਉਤਸੁਕਤਾ ਤੇ ਨਾਟਕੀਅਤਾ। ਨਾਟਕੀਅਤਾ ਇਹ ਹੁੰਦੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕਦਮ ਕੁਝ ਅਜਿਹਾ ਅਸੀਂ ਜਿਸ ਤਰ੍ਹਾਂ ਦਾ ਐਕਸਪੈਕਟ ਨਹੀਂ ਕਰਦੇ ਉਹ ਚੀਜ਼ਾਂ ਵਾਪਰਦੀਆਂ ਨੇ। ਜਿਵੇਂ ਨਾਟਕ ਦੇ ਵਿੱਚ ਜਦੋਂ ਮਰਜ਼ੀ ਚਾਹਿਆ ਪਾਤਰ ਨੂੰ ਅਸੀਂ ਏਦਾਂ ਕਰਾ ਦਈਏ, ਜਿਹੜਾ ਨਾਟਕਕਾਰ ਹੈ, ਠੀਕ ਹੈ, ਉਹਦੇ ਵਿੱਚ ਨਾਟਕੀਅਤਾ ਦਾ ਜਿਹੜਾ ਹੈ ਉਹ ਅੰਸ਼ ਹੁੰਦਾ। ਇਹ ਜਿਹੜਾ ਹੈ ਲੋਕ ਕਹਾਣੀ ਦਾ ਇਹ ਗੁਣ ਹੈ। ਇਸੇ ਲਈ ਲੋਕ ਕਹਾਣੀ ਨੂੰ ਜਿਹੜਾ ਹੈ ਇਹ ਚੀਜ਼ਾਂ ਰੌਚਕ ਬਣਾਉਂਦੀਆਂ ਨੇ। ਇਸ ਵਿੱਚ ਤਣਾਅ, ਟਕਰਾਓ ਨਾਲੋਂ ਨਾਟਕੀ ਦ੍ਰਿਸ਼ ਵਧੇਰੇ ਮਹੱਤਵ ਰੱਖਦੇ ਨੇ। ਮਤਲਬ ਕਿ ਇਹਦੇ ਵਿੱਚ ਲੋਕ ਕਹਾਣੀਆਂ ਜਦੋਂ ਸੁਣਾਈਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਲੜਾਈਆਂ ਨਹੀਂ ਦਿਖਾਈਆਂ ਜਾਂਦੀਆਂ ਬਹੁਤੀਆਂ। ਸਮਾਂ ਇਹ ਹੈ ਕਿ ਉਹਨੂੰ ਝਕਾਨੀ ਦੇ ਕੇ ਜਾਂ ਉਹਨੂੰ ਭੁਲੇਖਾ ਪਾ ਕੇ ਕਿਸੇ ਇੱਕ ਪਾਤਰ ਨੂੰ ਦੂਜੇ ਪਾਤਰ ਨੂੰ ਨਾਟਕੀਅਤਾ ਕ੍ਰੀਏਟ ਜਿਹੜੀ ਹੈ ਉਹ ਕਰੀ ਜਾਂਦੀ ਹੈ। ਇਹ ਦ੍ਰਿਸ਼ ਜਿਹੜੇ ਨੇ, ਨਾਟਕੀ ਦ੍ਰਿਸ਼, ਇਹ ਜ਼ਿਆਦਾ ਇੰਪੋਰਟੈਂਟ ਜਿਹੜੇ ਉਹ ਹੁੰਦੇ ਨੇ ਜਿਹੜੇ ਕਹਾਣੀ ਨੂੰ ਰੌਚਕ ਹੋਰ ਖੂਬਸੂਰਤ ਬਣਾਉਂਦੇ ਨੇ। ਲੋਕ ਕਹਾਣੀ ਬਿਰਤਾਂਤ ਦੇ ਮੁੱਖ ਤੱਤ ਗਤੀ ਦਾ ਪਾਲਣ ਵਧੇਰੇ ਸੁਚੇਤ ਹੋ ਕੇ ਕਰਦੀ ਹੈ। ਹੁਣ ਬਿਰਤਾਂਤ ਦਾ ਮੁੱਖ ਤੱਤ ਹੈ ਕਿ ਉਹ ਗਤੀਸ਼ੀਲ ਹੋਵੇ, ਰੁਕੀ ਹੋਈ ਨਾ ਕਹਾਣੀ ਹੋਵੇ। ਵੇਰਵਾ, ਅਸੀਂ ਸ਼ੁਰੂ ਕਰੀ ਗੱਲ ਅੱਗੇ ਲਗਾਤਾਰਤਾ ਦੇ ਵਿੱਚ ਸੁਣਾਈ ਜਾਓ, ਕਿਤੇ ਰੁਕੋ ਨਹੀਂ। ਜਦੋਂ ਰੁਕਾਵਟ ਆ ਜਾਂਦੀ ਹੈ ਫਿਰ ਅਸੀਂ ਕਹਿੰਦੇ ਹਾਂ ਕਿ ਉਹ ਕਹਾਣੀ ਦਾ ਮਜ਼ਾ ਨਹੀਂ ਆਉਂਦਾ, ਉਹ ਤਾਂ ਰੁਕ ਗਈ ਹੈ ਕਹਾਣੀ, ਬੋਰਿੰਗ ਹੋ ਗਈ ਹੈ, ਅੱਗੇ ਵੀ ਬੋਲ, ਅੱਗੇ ਕੀ ਹੋਇਆ, ਇਸ ਤੋਂ ਅੱਗੇ ਕੁਝ ਹੋਇਆ ਕਿ ਨਹੀਂ ਹੋਇਆ। ਤਾਂ ਇਹ ਕਿ ਗਤੀ ਜਿਹੜਾ ਹੈ ਉਹ ਬਿਰਤਾਂਤ ਦਾ ਮੁੱਖ ਤੱਤ ਹੈ ਤੇ ਲੋਕ ਕਹਾਣੀ ਦੇ ਵਿੱਚ ਗਤੀ ਜਿਹੜੀ ਹੈ ਬੜੀ ਖੂਬਸੂਰਤੀ ਨਾਲ ਅੱਗੇ ਨੂੰ ਜਿਹੜਾ ਹੈ ਕਹਾਣੀ ਤੁਰਦੀ ਚਲੀ ਜਾਂਦੀ ਹੈ ਤੇ ਸਾਡਾ ਇੰਟਰਸਟ ਹੋਰ ਵੱਧਦਾ ਤੁਰਿਆ ਜਾਂਦਾ ਹੈ।
ਇੱਕ ਪਾਤਰ ਇੱਕ ਥਾਂ ਤੋਂ ਦੂਜੀ ਥਾਂ ਸਬਬ ਨਾਲ ਨਹੀਂ ਪਹੁੰਚਦਾ, ਉਹਦਾ ਕੋਈ ਨਾ ਕੋਈ ਕਾਰਨ ਬਣਾਇਆ ਜਾਂਦਾ ਹੈ। ਸਾਨੂੰ ਲੱਗਦਾ ਹੈ ਸਹੀ ਕਿ ਹਾਂ ਇਹਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ, ਸਗੋਂ ਲੋਕ ਮਨ ਉਸ ਨੂੰ ਚਲੋ ਚਾਲ ਆ ਕੇ ਬਾਕਾਇਦਾ ਉਸਦੀ ਯਾਤਰਾ ਕਰਵਾਉਂਦਾ ਹੈ। ਕੋਈ ਵੀ ਪਾਤਰ ਜਿਹੜਾ ਹੈ ਬਿਨਾਂ ਕਿਸੇ ਮੰਤਵ ਤੋਂ, ਬਿਨਾਂ ਕਿਸੇ ਉਦੇਸ਼ ਤੋਂ ਜਿਹੜਾ ਹੈ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਪਹੁੰਚਦਾ। ਤਾਂ ਇਹ ਚੀਜ਼ਾਂ ਸਾਨੂੰ ਜਿਹੜਾ ਜਸਟੀਫਿਕੇਸ਼ਨ ਨਾਲ ਦੀ ਨਾਲ ਮਿਲਦੀ ਰਹਿੰਦੀ ਹੈ। ਲੋਕ ਕਹਾਣੀ ਅੰਦਰ ਬਿਰਤਾਂਤ ਜੁਗਤਾਂ ਦੀ ਆਪਣੀ ਵਿਸ਼ੇਸ਼ਤਾ ਹੈ। ਜੁਗਤ ਢੰਗ ਤਰੀਕੇ ਕਿ ਵੇਰਵਾ ਦਰਜ ਕਰਨਾ ਹੈ, ਕਹਾਣੀ ਬਣਾਉਣੀ ਹੈ, ਇਹ ਬਣਾਉਣ ਦੀ ਵੀ ਆਪਣੀ ਇੱਕ ਜੁਗਤ ਹੈ। ਜੁਗਤ ਮੀਨਸ ਅਜਿਹੇ ਢੰਗ ਤਰੀਕੇ ਜਾਂ ਅਜਿਹੇ ਉਹਦੇ ਚ ਜਿਵੇਂ ਸੰਦ ਵਰਤੇ ਜਾਂਦੇ ਨੇ ਜਿਹਦੇ ਨਾਲ ਉਹ ਕਹਾਣੀ ਬੜੀ ਇੰਟਰਸਟਿੰਗ ਹੋਵੇ, ਬੜੀ ਪ੍ਰਭਾਵਸ਼ਾਲੀ ਹੋਵੇ, ਬੜੀ ਤੀਬਰ ਗਤੀ ਵਾਲੀ ਹੋਵੇ। ਠੀਕ ਹੈ, ਤੇ ਉਹਦੇ ਵਿੱਚ ਜਿੰਨੇ ਵੀ ਬਿਉਰੇ ਦਰਜ ਨੇ ਸਾਰੇ ਬਿਉਰਿਆਂ ਦਾ ਜਿਹੜਾ ਆਪੋ ਆਪਣਾ ਆਕਰਸ਼ਣ ਹੋਵੇ। ਇਹ ਸਾਰੀਆਂ ਜੁਗਤਾਂ ਜਿਹੜੀਆਂ ਨੇ ਉਹ ਲੋਕ ਕਹਾਣੀ ਦੇ ਵਿੱਚ ਮੌਜੂਦ ਹੁੰਦੀਆਂ ਨੇ। ਕਈ ਵਾਰ ਇਸ ਨੂੰ ਅਜੀਬ ਪਾਤਰਾਂ ਦੇ ਪਰਿਪੇਖ ਵਿੱਚ ਵੀ ਵਿਚਾਰਿਆ ਜਾਂਦਾ ਹੈ ਤੇ ਕਈ ਵਾਰ ਨਿਰਭੈ ਯੋਧਿਆਂ ਦੇ ਕਾਰਨਾਮਿਆਂ ਨਾਲ ਸਮੂਹ ਕੇ ਵੀ ਪੇਸ਼ ਕੀਤਾ ਜਾਂਦਾ ਹੈ। ਹੁਣ ਲੋਕ ਕਹਾਣੀਆਂ ਜਿਹੜੀਆਂ ਨੇ ਅਜੀਬ ਪਾਤਰ, ਕੋਈ ਅਸੀਂ ਇਸ ਕਿਸਮ ਦੇ ਕਾਲਪਨਿਕ ਪਾਤਰ ਸਿਰਜ ਲੈਂਦੇ ਹਾਂ, ਜਨੌਰ ਸਿਰਜ ਲੈਂਦੇ ਹਾਂ, ਜੀਵ ਜੰਤੂ ਸਿਰਜ ਲੈਂਦੇ ਹਾਂ, ਭੂਤ ਪ੍ਰੇਤਾਂ ਨੇ ਜਾਂ ਆਪਾਂ ਕਹਿੰਦੇ ਕਿ ਰਾਖਸ਼ ਸਿਰਜ ਲਏ, ਦੇਵਤੇ ਸਿਰਜ ਲਏ, ਪਰੀਆਂ ਵੀ ਅਸੀਂ ਇਸ ਕਿਸਮ ਨਾਲ ਵੀ ਜਿਹੜਾ ਇਹਦੀਆਂ ਜੁਗਤਾਂ ਨੂੰ ਹੋਰ ਜ਼ਿਆਦਾ ਨਿਖਾਰਿਆ ਜਾਂਦਾ ਹੈ। ਜਾਂ ਇਹਦੇ ਚ ਜਿਹੜੇ ਆਪਾਂ ਕਹਿੰਦੇ ਕਿ ਨਿਰਭੈ ਯੋਧੇ, ਬੜੇ ਤਾਕਤਵਰ ਰਾਜਕੁਮਾਰ ਹੈ, ਰਾਜਾ ਹੈ, ਬੜੇ ਤਾਕਤਵਰ ਨੇ, ਸਭ ਕੁਝ ਕਰ ਜਾਂਦੇ ਨੇ, ਪਹਾੜ ਵੀ ਪਾਰ ਕਰ ਜਾਂਦੇ ਨੇ, ਨਦੀਆਂ ਪਾਰ ਕਰ ਜਾਂਦੇ ਨੇ। ਤਾਂ ਇਹਦੇ ਪਾਤਰ ਬੜੇ ਆਪਾਂ ਕਹਿ ਸਕਦੇ ਹਾਂ ਕਿ ਕਮਾਲ ਦੇ ਹੁੰਦੇ ਨੇ। ਹਰ ਹਾਲਤ ਵਿੱਚ ਲੋਕ ਕਹਾਣੀ ਲੋਕ ਮਨ ਦੀ ਤਰਜਮਾਨੀ ਕਰਦੀ ਹੈ। ਲੋਕ ਮਨ ਕੀ ਜੋ ਸਾਨੂੰ ਪਸੰਦ ਹੈ, ਸਾਡੇ ਲੋਕ ਮਨ, ਸਾਡੇ ਮਨ ਦੇ ਅਨੁਸਾਰ ਜਿਹੜੀ ਕਹਾਣੀ ਚੱਲਦੀ ਹੈ, ਮਨ ਕਹਿੰਦਾ ਹੈ ਕਿ ਹਾਂ ਇਹ ਏਦਾਂ ਹੀ ਕਹਾਣੀ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਸੀ। ਪਰੰਪਰਾ ਦੇ ਕਿਸੇ ਵਿਸ਼ੇਸ਼ ਪਹਿਲੂ ਉੱਤੇ ਬਾਤ ਪਾਉਂਦੀ ਹੈ। ਪਰੰਪਰਾ ਜੋ ਸਾਡਾ ਪੁਰਾਤਨ, ਸਾਡੀਆਂ ਪੀੜ੍ਹੀਆਂ ਦਾ ਵਿਸ਼ਵਾਸ ਹੈ, ਉਹਨਾਂ ਦੀ ਜੀਵਨ ਸ਼ੈਲੀ ਹੈ, ਉਹ ਕਿਤੇ ਨਾ ਕਿਤੇ ਸਾਨੂੰ ਉਹਦੇ ਨਾਲ ਜੋੜਦੀ ਹੈ, ਕੋਈ ਨਸੀਹਤ ਵੀ ਦਿੰਦੀ ਹੈ। ਲੋਕ ਕਹਾਣੀ ਦਾ ਸੁਭਾਅ ਵਿਆਖਿਆ ਮੁੱਖ ਹੁੰਦਾ ਹੈ, ਦੱਸਦੀ ਹੈ ਕਿ ਕੀ ਹੋਇਆ ਤੇ ਕਿਉਂ ਹੋਇਆ। ਜੇ ਏਦਾਂ ਹੋ ਰਿਹਾ ਤੇ ਇਹਦਾ ਨਤੀਜਾ ਇਹ ਚੀਜ਼ ਨਿਕਲੇਗੀ, ਤਾਂ ਉਹ ਵਿਆਖਿਆ ਜਿਹੜੀ ਹੈ ਕਰਦੀ ਹੈ। ਕੋਈ ਇਹਦੇ ਚ ਲੁਕੋ ਜਾਂ ਇਹਦੇ ਚ ਛੁਪਾ ਨਹੀਂ ਹੁੰਦਾ। ਤਦੇ ਇਹ ਬੱਚਿਆਂ ਲਈ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਸਿੱਧ ਹੁੰਦੀਆਂ ਨੇ। ਵਿਸ਼ਲੇਸ਼ਣ ਦੀ ਇਸ ਵਿੱਚ ਗੁੰਜਾਇਸ਼ ਨਹੀਂ ਹੁੰਦੀ। ਅਸੀਂ ਉਹਦੇ ਚ ਵੀ ਇਹ ਕਿਉਂ ਹੋਇਆ, ਕਿਵੇਂ ਹੋਇਆ, ਇਹ ਹੋਣਾ ਸੀ ਬਸ ਹੋ ਗਿਆ, ਤਾਂ ਇਸ ਲਈ ਬਹੁਤਾ ਜ਼ਿਆਦਾ ਗਹਿਰਾਈ ਦੇ ਵਿੱਚ ਅਸੀਂ ਉਹਨੂੰ ਐਨਾਲਾਈਜ਼ ਨਹੀਂ ਕਰਦੇ। ਇਹਦੇ ਵਿੱਚ ਵਿਅੰਗ, ਚੋਟ, ਕਟਾਕਸ਼ ਦੀ ਬਜਾਏ ਮੋਟੇ ਠੁੱਲੇ ਢੰਗ ਨਾਲ, ਮੋਟਾ ਠੁੱਲਾ ਢੰਗ ਮਤਲਬ ਕਿ ਸਧਾਰਨ ਢੰਗ ਨਾਲ ਜਿਹੜਾ ਹੈ ਇਹ ਕਹਾਣੀ ਜਿਹੜੀ ਪੇਸ਼ ਹੁੰਦੀ ਹੈ, ਸੁਣਾਈ ਜਾਂਦੀ ਹੈ ਤੇ ਆਪਣੇ ਮਨੋਰਥ ਨੂੰ ਵੀ ਇਹ ਪੂਰਾ ਕਰਦੀ ਹੈ। ਇਸ ਤੋਂ ਅੱਗੇ ਜਿਹੜਾ ਹੈ ਅਸੀਂ ਇਸ ਦਾ ਕਰਨਾ ਹੈ ਵਰਗੀਕਰਨ। ਕਹਾਣੀਆਂ, ਲੋਕ ਕਹਾਣੀ ਜਿਹੜੀ ਉਹ ਕਿੰਨੇ ਕਿਸਮ ਦੀ ਮਿਲਦੀ ਹੈ। ਲੋਕ ਕਹਾਣੀ ਦਾ ਵਰਗੀਕਰਨ ਜਿਹੜਾ ਹੈ ਕਹਿੰਦੇ ਵਿਸ਼ੇ ਵਸਤੂ ਦੇ ਆਧਾਰ ਤੇ ਵੀ ਕਰ ਸਕਦੇ ਹਾਂ, ਉਹਦੀ ਬਣਤਰ ਦੇ ਆਧਾਰ ਤੇ ਵੀ ਕਰ ਸਕਦੇ ਹਾਂ, ਪਰ ਮੁੱਖ ਰੂਪ ਦੇ ਵਿੱਚ ਇਹ ਜਿਹੜੇ ਨੇ ਕਹਾਣੀਆਂ ਸਾਡੀਆਂ ਵੰਡ ਜਿਹੜੀ ਹੈ ਕਰੀ ਹੋਈ ਹੈ। ਪਹਿਲੀਆਂ ਕਹਾਣੀਆਂ ਨੇ ਪਰੀ ਕਹਾਣੀ। ਪਰੀ ਕਹਾਣੀ ਜਿਵੇਂ ਅਸੀਂ ਨੇ ਸਭ ਨੇ ਨਿੱਕੇ ਹੁੰਦਿਆਂ ਨੇ ਸਭ ਨੇ ਸੁਣੀ ਹੋਈ ਹੈ। ਹੁਣ ਅਸੀਂ ਆਪਣੇ ਤੋਂ ਨਿੱਕੇ ਬੱਚਿਆਂ ਨੂੰ ਜਿਹੜਾ ਸੁਣਾਉਂਦੇ ਹਾਂ, ਤੁਸੀਂ ਵੀ ਸੁਣਾਉਂਦੇ ਹੋਵੋਗੇ, ਤੁਸੀਂ ਵੀ ਸੁਣੀਆਂ ਹੋਣਗੀਆਂ। ਇਹ ਪਰੀ ਕਹਾਣੀਆਂ ਕੀ ਹੁੰਦੀਆਂ ਨੇ, ਕਿਸੇ ਪਰੀ, ਅਪਸਰਾ, ਦੇਵ, ਜਿੰਨ, ਇਹੀ ਪਾਤਰ ਹੁੰਦੇ ਨੇ। ਆਦ ਅਮਾਨਵੀ ਪਾਤਰਾਂ ਨਾਲ ਸੰਬੰਧਿਤ। ਅਮਾਨਵੀ ਮਤਲਬ ਜਿਹੜੇ ਮਨੁੱਖ ਨਹੀਂ ਹੁੰਦੇ, ਮਨੁੱਖਾਂ ਤੋਂ ਇਲਾਵਾ ਕੁਝ ਹੋਰ ਪਾਤਰ ਕਲਪੇ ਹੋਏ ਨੇ ਜਿਨ੍ਹਾਂ ਦੇ ਵਿੱਚ ਪਰੀਆਂ, ਅਪਸਰਾਵਾਂ, ਦੇਵਤੇ ਜਾਂ ਜਿੰਨ ਆਦਿ ਨੇ। ਇਹਨਾਂ ਨਾਲ ਸੰਬੰਧਿਤ ਪਰੰਪਰਾਗਤ ਬਿਰਤਾਂਤ ਨੂੰ ਪਰੀ ਕਥਾ ਦਾ ਨਾਂ ਦਿੱਤਾ ਜਾਂਦਾ ਹੈ। ਪਰੰਪਰਾਗਤ ਜਿਹੜਾ ਪਰੰਪਰਾ ਤੋਂ ਸੁਣਾਇਆ ਜਾਂਦਾ ਹੈ। ਹੁਣ ਪਰੰਪਰਾਗਤ ਬਿਰਤਾਂਤ ਦੇ ਵਿੱਚ ਜਿਵੇਂ ਮੰਨ ਲਓ ਅਸੀਂ ਕੋਈ ਕਹਾਣੀ ਸੁਣਦੇ ਹਾਂ, ਪਰੀ ਹੈ ਜਾਂ ਕੋਈ ਅਪਸਰਾ ਹੈ ਨਾ, ਰਾਜਕੁਮਾਰ ਹੈ। ਹੁਣ ਇਹ ਹੈ ਕਿ ਪਰੀਆਂ ਐਕਚੁਅਲੀ ਕਿਹੋ ਜਿਹੀਆਂ ਹੁੰਦੀਆਂ ਨੇ, ਉਹ ਪਰੰਪਰਾਗਤ ਤੌਰ ਤੇ ਉਹੀ ਜਿਹੀਆਂ ਹੀ ਨੇ, ਅੱਜ ਤੱਕ ਵੀ ਉਹੀ ਜਿਹੀਆਂ ਨੇ। ਇਹ ਨਹੀਂ ਕਿ ਪਹਿਲਾਂ ਸਾਡੀਆਂ ਪਰੀਆਂ ਕੁਝ ਹੋਰ ਤਰ੍ਹਾਂ ਦੀਆਂ ਸੋਚਦੇ ਸੀ, ਅਸੀਂ ਫੇਰ ਕੁਝ ਹੋਰ ਤਰ੍ਹਾਂ ਦੀਆਂ। ਪਰੀ ਪਰੀ ਹੀ ਹੁੰਦੀ ਹੈ। ਫਿਰ ਦੇਵ, ਜਿੰਨ, ਦੇਵਤੇ ਕਿਹੋ ਜਿਹੇ ਹੁੰਦੇ ਨੇ ਉਹ ਸਾਨੂੰ ਪਤਾ ਹੈ, ਔਰ ਉਹਨਾਂ ਦਾ ਰੂਪ ਜਲਦੀ ਜਲਦੀ ਨਹੀਂ ਬਦਲਦਾ। ਜਿਵੇਂ ਪਰੰਪਰਾ ਦੇ ਵਿੱਚੋਂ ਸਾਨੂੰ ਮਿਲਿਆ ਅਸੀਂ ਉਹਨਾਂ ਦੇ ਰੂਪ ਉਵੇਂ ਹੀ ਰੱਖੇ ਹੋਏ ਨੇ, ਸਾਡੇ ਮਾਨਸਿਕ ਤੌਰ ਤੇ ਅਸੀਂ ਉਵੇਂ ਹੀ ਉਹਨਾਂ ਨੂੰ ਸਵੀਕਾਰ ਕੀਤਾ ਹੋਇਆ। ਅੱਜ ਵੀ ਨਿੱਕੇ ਬੱਚੇ ਪਰੀ ਨੂੰ ਉਹੀ ਪਰੀ ਮੰਨਦੇ ਨੇ ਜਿਹੜੀ ਅਸੀਂ ਸੁਣਦੇ ਸੀ, ਉਹੀ ਸਾਡੇ ਵੱਡੇ ਸੁਣਦੇ ਸੀ। ਮਤਲਬ ਕਿ ਪਰੀ ਸਾਡੀ ਉਹੀ ਹੈ, ਪਰੰਪਰਕ ਤੌਰ ਤੇ ਜਿਹੋ ਜਿਹੀ ਹੈਗੀ ਹੈ। ਪਰੀ ਫਾਰਸੀ ਦਾ ਸ਼ਬਦ ਹੈ ਜਿਸ ਦੀ ਉਤਪਤੀ ਪਰੀਦਨ ਤੋਂ ਹੋਈ, ਸ਼ਬਦ ਤੋਂ, ਜਿਸ ਦੇ ਸ਼ਾਬਦਿਕ ਅਰਥ ਨੇ ਉੱਡਣਾ। ਇਹਦਾ ਮਤਲਬ ਪਰੀ ਦੇ ਖੰਭ ਲੱਗੇ ਹੁੰਦੇ ਨੇ ਪਿੱਛੇ, ਜਿਹੜੀ ਉੱਡ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੀ ਹੈ। ਸਾਮੀ ਲੋਕਾਂ ਦਾ, ਸਾਮੀ ਮਤਲਬ ਜਿਹੜੇ ਇਸਲਾਮ ਨੂੰ ਮੰਨਦੇ ਨੇ, ਉਹਨਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਯੁਵਤੀ ਹੈ, ਫੀਮੇਲ ਕਰੈਕਟਰ ਹੈ ਜੋ ਆਪਣੇ ਪਰਾਂ ਨਾਲ ਆਕਾਸ਼ ਵਿੱਚ ਉੱਡ ਸਕਦੀ ਹੈ।
ਪਰੀ ਦਾ ਇਹ ਸੰਕਲਪ ਹੂਰ ਦੇ ਸੰਕਲਪ ਨਾਲ ਮਿਲਦਾ ਹੈ। ਹੂਰਾਂ ਵੀ ਪਰੀਆਂ ਹੀ ਹੁੰਦੀਆਂ ਨੇ। ਪਰੀ ਕਥਾਵਾਂ ਦੀ ਰੂਪ ਰਚਨਾ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਪਰੰਪਰਾ ਵੈਦਿਕ ਕਾਲ ਨਾਲ ਜਾ ਕੇ ਜੁੜਦੀ ਹੈ। ਪਰੀ ਕਥਾਵਾਂ ਵਿੱਚ ਲੋਕਧਾਰਾਈ ਅੰਸ਼ ਬਾਕੀ ਕਥਾਵਾਂ ਨਾਲ ਵੈਦਿਕ ਪੀਰੀਅਡ ਜਦੋਂ ਵੇਦ ਰਚੇ ਗਏ ਉਹ ਪੀਰੀਅਡ ਮੰਨਿਆ ਜਾਂਦਾ ਹੈ। ਲੋਕਧਾਰਾਈ ਅੰਸ਼ ਬਾਕੀ ਕਥਾਵਾਂ ਨਾਲੋਂ ਵਧੇਰੇ ਮਾਤਰਾ ਦੇ ਵਿੱਚ ਮਿਲਦਾ ਹੈ। ਲੋਕਧਾਰਾਈ ਅੰਸ਼ ਮਤਲਬ ਕਿ ਸਾਡੇ ਵਿਸ਼ਵਾਸ, ਸਾਡੇ ਅੰਧ ਵਿਸ਼ਵਾਸ, ਜਾਦੂ ਟੂਣੇ, ਇਹ ਸਭ ਕੁਝ ਜਿਹੜਾ ਪਰੀ ਕਥਾਵਾਂ ਦੇ ਵਿੱਚ ਜ਼ਿਆਦਾ ਮਿਲਦਾ ਹੈ। ਦੂਸਰੇ ਕਿਸਮ ਦੀਆਂ ਹੈਗੀਆਂ ਨੇ ਜਨੌਰ ਕਹਾਣੀਆਂ। ਹੁਣ ਪਰੀ ਕਹਾਣੀਆਂ ਦੇ ਵਿੱਚ ਪਾਤਰ ਜਿਹੜੇ ਨੇ ਉਹ ਪਰੀਆਂ ਵਰਗੇ ਨੇ, ਇਸ ਕਿਸਮ ਦੇ ਪਾਤਰ ਨੇ। ਹੁਣ ਜਨੌਰ ਕਹਾਣੀਆਂ ਦੇ ਵਿੱਚ ਪਾਤਰ ਕੀ ਹੋਣਗੇ? ਜਨੌਰ ਹੀ ਹੋਣਗੇ। ਜਨੌਰ ਕਥਾ ਵਿੱਚ ਪ੍ਰਮੁੱਖ ਪਾਤਰ ਕੋਈ ਪਸ਼ੂ ਪੰਛੀ ਹੁੰਦਾ ਹੈ। ਪਸ਼ੂ ਪੰਛੀ ਮਨੁੱਖੀ ਜਗਤ ਨਾਲ ਮਿਲਦੇ ਜੁਲਦੇ ਹੋਣ ਦੇ ਬਾਵਜੂਦ ਵੀ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਭਾਵੇਂ ਸਾਡੇ ਨਾਲ ਹੀ ਰਹਿੰਦੇ ਨੇ ਆਲੇ ਦੁਆਲੇ, ਪਰ ਫਿਰ ਵੀ ਵੱਖਰੀ ਕਿਸਮ ਦੇ ਨੇ। ਪਰ ਇਹਨਾਂ ਦਾ ਕਿਤੇ ਕਿਤੇ ਮਾਨਵੀਕਰਨ ਵੀ ਕੀਤਾ ਜਾਂਦਾ ਕਿ ਪਸ਼ੂ ਪੰਛੀ ਵੀ ਸਾਡੇ ਵਾਂਗੂ ਗੱਲ ਕਰਦੇ ਨੇ, ਬੋਲਦੇ ਨੇ। ਪਰ ਕਹਾਣੀ ਵਿੱਚ ਕਾਰਜਸ਼ੀਲ ਪਸ਼ੂ ਪੰਛੀ ਕਿਸੇ ਮਨੁੱਖੀ ਵਿਵਹਾਰ ਦੀ ਹੀ ਗੱਲ ਕਰਦਾ ਹੈ। ਅਸੀਂ ਚਿੜੀ ਕਾਂ ਦੀ ਕਹਾਣੀ ਸੁਣਾਉਂਦੇ ਆ, ਠੀਕ ਹੈ, ਸੁਣਾਉਂਦੇ ਤਾਂ ਅਸੀਂ ਪੰਛੀਆਂ ਦੇ ਰਾਹੀਂ ਆ, ਪਰ ਕਾਂ ਨੂੰ ਜਿਹੜਾ ਹੈ ਅਸੀਂ ਖਲਨਾਇਕ ਮੰਨਦੇ ਆ ਤੇ ਚਿੜੀ ਨੂੰ ਅਸੀਂ ਨਾਇਕ ਮੰਨਦੇ ਆ। ਇਹਦਾ ਮਤਲਬ ਕੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹੋ ਜਿਹੇ ਲੋਕ, ਚਿੜੀਆਂ ਵਰਗੇ ਲੋਕ ਵੀ ਹੁੰਦੇ ਨੇ ਜਿਹੜੇ ਬੜੇ ਸਿੰਪਲ, ਸਧਾਰਨ, ਇਮਾਨਦਾਰ ਹੁੰਦੇ ਨੇ। ਕਾਂ ਵਰਗੇ ਲੋਕ ਵੀ ਬਥੇਰੇ ਹੁੰਦੇ ਨੇ ਜਿਹੜੇ ਬੜੇ ਬੇਈਮਾਨ ਨੇ, ਦੂਜਿਆਂ ਨਾਲ ਬੇਈਮਾਨੀਆਂ ਕਰਦੇ ਨੇ। ਐਕਚੁਅਲੀ ਇਹ ਗੁਣ ਜਨੌਰਾਂ ਦੇ ਘੱਟ, ਮਨੁੱਖਾਂ ਦੇ ਜ਼ਿਆਦਾ ਨੇ, ਠੀਕ ਹੈ। ਤੇ ਇਹਨਾਂ ਰਾਹੀਂ ਮਨੁੱਖ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਨੌਰ ਕਥਾ ਕਹਾਣੀਆਂ ਜਿਹੜੀਆਂ ਨੇ ਇਹ ਬੜੀਆਂ ਪ੍ਰਾਚੀਨ ਨੇ। ਫੋਕਲੋਰ ਡਿਕਸ਼ਨਰੀ ਅਨੁਸਾਰ ਇਹ ਲੋਕ ਕਹਾਣੀਆਂ ਦਾ ਪ੍ਰਾਚੀਨਤਮ ਰੂਪ ਹੈ। ਸਭ ਤੋਂ ਪੁਰਾਣੀ ਲੋਕ ਕਹਾਣੀ ਜਨੌਰ ਕਹਾਣੀ ਮਿਲਦੀ ਹੈ। ਜਨੌਰ ਕਹਾਣੀਆਂ ਅਨੇਕ ਵੰਨਗੀ ਵਿੱਚ ਮਿਲਦੀਆਂ ਨੇ, ਜਿਵੇਂ ਨੀਤੀ ਕਥਾ, ਮੁੱਢੀਆਂ, ਪਸ਼ੂ ਪਾਤਰ, ਕਾਰਜ ਮੁੱਖ ਆਦਿ। ਮਤਲਬ ਕਿ ਇਹਦੇ ਵਿੱਚ ਉਸੇ ਕਿਸਮ ਦਾ ਜਿਹੜਾ ਹੈ ਵੇਰਵੇ, ਮਤਲਬ ਕਿ ਇਹਦੇ ਵਿੱਚ ਪਸ਼ੂ ਪਾਤਰ ਬਣਾਏ ਗਏ ਨੇ, ਉਹ ਬੋਲਦੇ ਦਿਖਾਏ ਗਏ ਨੇ, ਉਹ ਉਹਨਾਂ ਦੇ ਕਾਰਜ ਮੁੱਖ ਕੀ ਕੰਮ ਕਰਦੇ ਨੇ, ਉਹਨਾਂ ਦੇ ਜਿਹੜੇ ਕਰਮ ਨੇ ਉਹੀ ਜਿਹੜੇ ਨੇ ਪ੍ਰਧਾਨ ਨੇ। ਤਾਂ ਜਨੌਰ ਕਹਾਣੀਆਂ ਮੁੱਖ ਰੂਪ ਦੇ ਵਿੱਚ ਇਹੀ ਨੇ ਜਿਹਦੇ ਵਿੱਚ ਪਾਤਰ ਜਨੌਰਾਂ ਨੂੰ, ਪਸ਼ੂ ਪੰਛੀਆਂ ਨੂੰ ਬਣਾਇਆ ਜਾਂਦਾ ਹੈ। ਅਗਲੀਆਂ ਹੈਗੀਆਂ ਨੇ ਸਾਡੇ ਕੋਲ ਭੂਤ ਪ੍ਰੇਤਾਂ ਦੀਆਂ ਕਹਾਣੀਆਂ ਜਾਂ ਕਥਾਵਾਂ। ਮਨੁੱਖ ਦੀ ਆਪਣੇ ਨਾਲੋਂ ਵਧੇਰੇ ਬਲਵਾਨ, ਵਿਕਰਾਲ ਅਤੇ ਰਹੱਸਮਈ ਸ਼ਕਤੀਆਂ ਨਾਲ ਜੂਝਣ ਅਤੇ ਉਹਨਾਂ ਨੂੰ ਪਰਾਜਿਤ ਕਰਨ ਦੀ ਸਹਿਜ ਭਾਵਨਾ ਵਿੱਚੋਂ ਪ੍ਰੇਤ ਕਥਾ ਦਾ ਜਨਮ ਹੋਇਆ। ਉਹ ਮੰਨਦਾ ਕਿ ਸਾਡੇ ਤੋਂ ਬਾਅਦ ਕੁਝ ਅਜਿਹੀਆਂ ਤਾਕਤਾਂ, ਅਜਿਹੀਆਂ ਸ਼ਕਤੀਆਂ ਵੀ ਨੇ ਜਿਨ੍ਹਾਂ ਤੇ ਮਨੁੱਖ ਦਾ ਕੰਟਰੋਲ ਨਹੀਂ ਹੋ ਸਕਦਾ, ਪਰ ਉਹਨਾਂ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ ਮਨੁੱਖ। ਤਾਂ ਇਸ ਲਈ ਉਹਨੇ ਅਜਿਹੀਆਂ ਕੋਈ ਸ਼ਕਤੀਆਂ ਜਿਹੜੀਆਂ ਕਲਪਿਤ ਕੀਤੀਆਂ, ਉਹਨਾਂ ਦੀ ਕਲਪਨਾ ਕੀਤੀ, ਉਹ ਰਹੱਸਮਈ ਮੰਨੀਆਂ, ਵਿਕਰਾਲ ਨੇ, ਬਹੁਤ ਖਤਰਨਾਕ ਨੇ। ਤਾਂ ਉਹਦੇ ਲਈ ਉਹਨੇ ਇੱਕ ਪ੍ਰੇਤ ਕਥਾ ਦਾ ਜਿਹੜਾ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਸਿਰਜਣ ਕੀਤਾ। ਇਹਨਾਂ ਕਥਾਵਾਂ ਦੇ ਪਾਤਰ ਕੌਣ ਹੋਣਗੇ? ਭੂਤ ਪ੍ਰੇਤ ਕਥਾਵਾਂ ਨੇ ਤਾਂ ਭੂਤ ਪ੍ਰੇਤ ਹੀ ਹੋਣਗੇ। ਭੂਤ ਹੋ ਗਏ ਪ੍ਰੇਤ, ਜਿੰਨ, ਡੈਣ, ਚੁੜੈਲ, ਛਲੇਡੇ ਆਦਿ ਅਮਾਨਵੀ ਹੋਣ ਤੋਂ ਇਲਾਵਾ ਅੱਧ ਦੈਵਿਕ ਸ਼ਕਤੀਆਂ ਦੇ ਸਵਾਮੀ ਵੀ ਹੁੰਦੇ ਨੇ। ਅੱਧ ਦੈਵਿਕ ਸ਼ਕਤੀਆਂ, ਦੈਵਿਕ ਸ਼ਕਤੀਆਂ ਕਿਹੜੀਆਂ ਹੁੰਦੀਆਂ ਨੇ? ਅਸੀਂ ਤਿੰਨ ਤਰ੍ਹਾਂ ਦੇ ਬੇਟੇ ਲੋਕ ਮੰਨਦੇ ਆ। ਮਾਤ ਲੋਕ, ਜਿੱਥੇ ਅਸੀਂ ਬੈਠੇ ਆ, ਠੀਕ ਹੈ, ਉੱਪਰ ਦੇਵ ਲੋਕ, ਨੀਚੇ ਪਤਾਲ ਲੋਕ। ਉਨੇ ਹੀ ਅਸੀਂ ਸ਼ਕਤੀਆਂ ਜਿਹੜੀਆਂ ਨੇ ਉਹ ਮੰਨਦੇ ਆ ਕਿ ਕੁਝ ਸ਼ਕਤੀਆਂ ਦੇਵਤਿਆਂ ਦੇ ਵਿੱਚ ਨੇ ਜਿਹੜੀਆਂ ਬਾਕੀਆਂ ਦੇ ਵਿੱਚ ਵੀ ਨਹੀਂ। ਮਨੁੱਖ ਦੇ ਵਿੱਚ ਵੀ ਕੁਝ ਸਮਰੱਥਾ ਹੈਗੀ ਹੈ ਤੇ ਕੁਝ ਜਿਹੜੇ ਨੇ ਉਹ ਜਿੰਨਾਂ ਦੇ ਵਿੱਚ ਵੀ ਸਮਰੱਥਾ ਹੈਗੀ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਸਾਡੀਆਂ ਭੂਤ ਪ੍ਰੇਤਾਂ ਦੀਆਂ ਕਹਾਣੀਆਂ ਨੇ ਤਾਂ ਉਹ ਅਮਾਨਵੀ ਤਾਂ ਹੈਗੀਆਂ, ਜਿਹੜੇ ਇਹਦੇ ਪਾਤਰ ਨੇ ਮਨੁੱਖ ਨਹੀਂ ਹੈਗੇ। ਉਹਨਾਂ ਤੋਂ ਇਲਾਵਾ ਉਹਨਾਂ ਦੇ ਚ ਕੁਝ ਅਜਿਹੀਆਂ ਸਮਰੱਥਾਵਾਂ ਵੀ ਹੁੰਦੀਆਂ ਨੇ, ਜਿਵੇਂ ਰੂਪ ਬਦਲ ਲੈਣਾ। ਇਹਨਾਂ ਨੂੰ ਅਸੀਂ ਦੈਵਿਕ ਸ਼ਕਤੀ ਮੰਨਦੇ ਆ ਕਿ ਜਿਹੜਾ ਕੋਈ ਅਸੰਭਵ ਜਿਹਾ ਕੰਮ ਕਰ ਸਕੇ। ਇਹ ਸ਼ਕਤੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਪਾਤਰ ਜਿਹੜੇ ਨੇ ਕੁਝ ਅਸੰਭਵ ਕਰ ਸਕਦੇ ਨੇ। ਇਹਨਾਂ ਕੋਲ ਅੱਧ ਮਤਲਬ ਕਿ ਥੋੜੀਆਂ ਜਿਹੀਆਂ ਦੈਵਿਕ ਸ਼ਕਤੀਆਂ ਹੁੰਦੀਆਂ ਨੇ। ਵਿਗਿਆਨੀ ਮਨ ਲਈ ਇਹ ਪਾਤਰ ਸੰਸਾ, ਭਰਮ ਜਾਂ ਛਲਾਵਾ ਹੋ ਸਕਦੇ ਨੇ, ਪਰ ਲੋਕ ਮਨ ਲਈ ਇਹਨਾਂ ਦੀ ਹੋਂਦ ਵਾਸਤਵਿਕ ਹੈ। ਲੋਕ ਇਹਨਾਂ ਨੂੰ ਸੱਚਮੁੱਚ ਮੰਨਦੇ ਨੇ, ਵਿਗਿਆਨੀ ਭਾਵੇਂ ਮੰਨਣ ਨਾ ਮੰਨਣ। ਵਿਗਿਆਨੀ ਇਸ ਨੂੰ ਸਾਡੇ ਮਨ ਦਾ ਇੱਕ ਵਹਿਮ ਮੰਨ ਸਕਦੇ ਨੇ ਕਿ ਭੂਤ ਪ੍ਰੇਤ ਕੁਛ ਨਹੀਂ ਹੁੰਦਾ, ਇਹ ਤਾਂ ਮਨ ਦੇ ਵਹਿਮ ਹੁੰਦੇ ਨੇ। ਪਰ ਜਿਹੜੀ ਪਰੰਪਰਕ ਤੌਰ ਤੇ ਲੋਕ ਨੇ ਉਹ ਇਹਨਾਂ 'ਚ ਯਕੀਨ ਕਰਦੇ ਨੇ, ਇਸੇ ਲਈ ਇਹਨਾਂ ਦੀਆਂ ਕਥਾਵਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ। ਪ੍ਰੇਤ ਕਥਾਵਾਂ ਦਾ ਸੰਸਾਰ ਪਰੀ ਕਥਾਵਾਂ, ਜਨੌਰ ਕਥਾਵਾਂ ਤੇ ਨੀਤੀ ਕਥਾਵਾਂ ਜਾਂ ਤੰਤਰ ਕਥਾਵਾਂ ਤੋਂ ਵੱਖਰਾ, ਵਿਲੱਖਣ ਹੋਣ ਤੋਂ ਇਲਾਵਾ ਵਿਕਰਾਲ ਵੀ ਹੁੰਦਾ ਹੈ, ਡਰਾਵਣਾ ਹੁੰਦਾ ਹੈ। ਇਹ ਕਿਸਮ ਦੀਆਂ ਹੌਰਰ ਜਿਵੇਂ ਮੂਵੀਜ਼ ਹੁੰਦੀਆਂ ਨੇ, ਉਸ ਕਿਸਮ ਦੀਆਂ ਹੌਰਰ ਕਹਾਣੀਆਂ ਨੇ ਜਿਨ੍ਹਾਂ ਦੇ ਪਾਤਰ ਕੁਝ ਵਿਕਰਾਲ ਰੂਪ ਧਾਰਨ ਕਰ ਲੈਂਦੇ ਨੇ। ਫਿਰ ਆ ਗਈ ਸਾਡੇ ਕੋਲ ਨੀਤੀ ਕਥਾਵਾਂ। ਨੀਤੀ ਫੇਬਲਸ ਨੇ
ਇਹ ਬੱਚਿਆਂ ਦੀਆਂ ਮਿਲਦੀਆਂ ਨੇ, ਕਹਾਣੀਆਂ ਦੀਆਂ ਕਿਤਾਬਾਂ ਵੀ ਮਿਲਦੀਆਂ ਨੇ। ਇਸ ਵੰਨਗੀ ਦੀਆਂ ਕਹਾਣੀਆਂ ਲਈ ਤੰਤਰ ਕਥਾ ਪਦ ਦਾ ਜਿਹੜਾ ਹੈ ਪ੍ਰਯੋਗ ਹੁੰਦਾ ਹੈ। ਜਿਵੇਂ ਪੰਚਤੰਤਰ ਆਪਣੇ ਮਿਲਦੀ ਹੈ, ਪੰਚਤੰਤਰ ਬੱਚਿਆਂ ਦੀ ਨੀਤੀ ਕਥਾ ਹੈ, ਜਿਨ੍ਹਾਂ ਦੇ ਜਿਹੜਾ ਇਹਨਾਂ ਦੇ ਪ੍ਰਾਚੀਨਤਮ ਭਾਰਤੀ ਸੰਕਲਪ ਪੰਚਤੰਤਰ ਤੋਂ ਰੂੜ ਹੋਇਆ। ਪੰਚਤੰਤਰ ਕੀ ਕਹਾਣੀਆਂ ਹਿੰਦੀ 'ਚ ਬਹੁਤ ਮਿਲਦੀਆਂ ਨੇ। ਤੰਤਰ ਦੇ ਅਨੇਕਾਂ ਅਰਥਾਂ ਤੋਂ ਇੱਕ ਅਰਥ ਹੈ ਕਿ ਅਰਥ ਨੀਤੀ ਵਿਦਿਆ। ਨੀਤੀ ਤੋਂ ਭਾਵ ਹੈ ਕਿ ਕੁਝ ਵਿਸ਼ੇਸ਼ ਪ੍ਰਕਾਰ ਦੇ ਗੁਣਾਂ, ਚਾਲਾਂ ਅਤੇ ਜੁਗਤਾਂ ਤੋਂ ਲਿਆ ਗਿਆ। ਮਤਲਬ ਕਿ ਇਹਦੇ 'ਚ ਗੁਣ, ਚਾਲ ਤੇ ਜੁਗਤ, ਜਿਵੇਂ ਅਸੀਂ ਚੈਸ ਖੇਡਦੇ ਹਾਂ ਉਹਦੇ ਵਿੱਚ ਚਾਲਾਂ ਚੱਲੀਆਂ ਜਾਂਦੀਆਂ ਨੇ ਸਮਾਰਟਲੀ, ਤਾਂ ਇਹਦੇ ਵਿੱਚ ਇੱਕ ਕਿਸਮ ਦੀ ਇਹੀ ਹੈ ਕਿ ਮਨੁੱਖ ਸਮਾਰਟਲੀ ਜਿਹੜਾ ਹੈ ਉਹ ਕਿਵੇਂ ਬਿਹੇਵ ਕਰ ਸਕਦਾ ਹੈ। ਇਹਦੇ ਵਿੱਚ ਇਹ ਸਿੱਖਿਆ ਇੱਕ ਕਿਸਮ ਦੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਗਿਆਨ ਕਿਸੇ ਵਿਵਹਾਰਕ ਸਮੱਸਿਆ ਜਾਂ ਸੰਕਟ ਸਥਿਤੀ ਵਿੱਚੋਂ ਨਿਕਲਣ ਦੇ ਲਈ ਸਾਨੂੰ ਮਦਦ ਕਰਦਾ ਹੈ। ਮਤਲਬ ਕਿ ਸਾਨੂੰ ਜੇਕਰ ਅਸੀਂ ਕਿਸੇ ਸੰਕਟ 'ਚ ਫਸ ਗਏ ਤਾਂ ਉਹ ਜਿਹੜੇ ਨੀਤੀ ਕਥਾਵਾਂ ਦੇ ਪਾਤਰ ਨੇ ਉਹ ਕਿਵੇਂ ਨਿਕਲਦੇ ਨੇ, ਉਹਦੇ ਵਿੱਚ ਸੁਝਾਅ ਹੁੰਦੇ ਨੇ, ਉਹ ਢੰਗ, ਤਰੀਕੇ, ਜੁਗਤਾਂ, ਚਾਲਾਂ ਇਹ ਸਿਖਾਈਆਂ ਜਾਂਦੀਆਂ ਨੇ। ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਿੱਖਿਆ ਹੈ। ਨੀਤੀ ਸ਼ਾਸਤਰ ਵਿੱਚ ਸਮਾਜ ਅਤੇ ਰਾਜ ਨੂੰ ਉੱਤਮ ਯੁਕਤੀ ਨਾਲ ਚਲਾਉਣ ਦੇ ਨੇਮ ਦਰਜ ਨੇ। ਹੁਣ ਜਿਹੜੀਆਂ ਸਿੰਪਲੀ ਇਹ ਕਹਿ ਦਈਏ ਕਿ ਸਾਡੀਆਂ ਚਾਣਕਿਆ ਨਾਲ ਸੰਬੰਧਿਤ ਕਹਾਣੀਆਂ ਨੇ ਕਿ ਕਿਵੇਂ ਇੱਕ ਅੱਛਾ ਰਾਜਾ ਬਣਿਆ ਜਾ ਸਕਦਾ ਹੈ, ਕਿਵੇਂ ਰਾਜਾ ਪ੍ਰਜਾ ਨੂੰ ਜਿਹੜਾ ਹੈ ਖੁਸ਼ ਰੱਖ ਸਕਦਾ ਹੈ, ਠੀਕ ਹੈ। ਇਹ ਸਭ ਕੁਝ ਜਿਹੜਾ ਹੈ ਕਿਤੇ ਨਾ ਕਿਤੇ ਨੀਤੀ ਕਥਾਵਾਂ ਦੇ, ਚੰਗੇ ਰਾਜੇ ਦੇ ਗੁਣ ਕੀ ਹੋਣੇ ਚਾਹੀਦੇ ਨੇ। ਅਸੀਂ ਰਾਜੇ ਨਾਲ ਸੰਬੰਧਿਤ ਵੀ ਕਹਾਣੀਆਂ ਨੇ ਕਿ ਉਸ ਰਾਜੇ ਨੇ ਫਿਰ ਏਦਾਂ ਕਰਕੇ ਉਹਨੂੰ ਇਨਾਮ ਦਿੱਤਾ, ਤਾਂ ਉਹ ਜਿਹੜਾ ਚੰਗੀਆਂ ਜਿਹੜੇ ਗੁਣਾਂ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਰਿਕਗਨਾਈਜ਼ ਕਰਦੇ ਨੇ, ਤਾਂ ਇਹ ਨੀਤੀ ਦੇ ਅਧੀਨ ਜਿਹੜਾ ਆਉਂਦਾ ਹੈ। ਨੀਤੀ ਕਥਾਵਾਂ ਇਹਨਾਂ ਜੁਗਤਾਂ ਦਾ ਹੀ ਬਿਰਤਾਂਤ ਨੇ। ਨੀਤੀ ਜਿਹੜੀਆਂ ਜੁਗਤਾਂ ਨੇ ਇਹ ਕਿ ਕਿਵੇਂ ਚੁਸਤੀ ਨਾਲ, ਚਲਾਕੀ ਨਾਲ, ਸਮਾਰਟਨੈਸ ਨਾਲ ਤੁਸੀਂ ਦੁਨੀਆ ਦੇ ਵਿੱਚ ਵਿਵਹਾਰ ਕਰ ਸਕਦੇ ਹੋ, ਠੀਕ ਹੈ। ਤਾਂ ਉਹਦੇ ਲਈ ਜਿਹੜਾ ਹੈ ਇਹਨਾਂ ਕਹਾਣੀਆਂ ਦੇ ਵਿੱਚ ਬਿਰਤਾਂਤ ਨੇ। ਬਿਰਤਾਂਤ ਮਤਲਬ ਕਿ ਬਿਉਰੇ ਦਰਜ ਨੇ, ਕਹਾਣੀਆਂ ਬਣੀਆਂ ਹੋਈਆਂ ਨੇ, ਉਹਦੇ ਵਿੱਚ ਕੋਈ ਪਾਤਰ ਕਿਵੇਂ ਕਿਸੇ ਸਮੱਸਿਆ ਦੇ ਵਿੱਚੋਂ ਕਿਸੇ ਚੰਗੀ ਜੁਗਤ ਦੇ ਨਾਲ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ। ਨੀਤੀ ਕਥਾ ਇੱਕ ਤਰ੍ਹਾਂ ਦੀ ਉਪਦੇਸ਼ਾਤਮਕ ਕਥਾ ਹੈ ਜਿਸ ਵਿੱਚ ਮਾਨਵੀ ਜੀਵਨ ਦੇ ਵਿਵਹਾਰ ਦੀਆਂ ਜੁਗਤਾਂ ਜਾਂ ਨੈਤਿਕ ਸਿੱਖਿਆ ਨੂੰ ਜਿਹੜਾ ਹੈ ਪੇਸ਼ ਕੀਤਾ ਜਾਂਦਾ ਹੈ। ਇਹ ਹੋ ਗਈਆਂ ਸਾਡੀਆਂ ਨੀਤੀ ਕਥਾਵਾਂ। ਇਹ ਵੀ ਇਹਦੇ ਵਿੱਚ ਵੀ ਜਿਹੜੀ ਹੈ ਸਿੱਖਿਆ ਮਿਲਦੀ। ਦੰਦ ਕਥਾਵਾਂ। ਦੰਦ ਕਥਾਵਾਂ ਦਾ ਅਰਥ ਹੈ ਸੁਣੀ ਸੁਣਾਈ ਗੱਲ ਜੋ ਲੋਕ ਚਰਚਾ ਦਾ ਵਿਸ਼ਾ ਬਣ ਗਈ ਹੋਵੇ, ਅਜਿਹੀਆਂ ਦੰਦ ਕਥਾਵਾਂ। ਪਰ ਇਸ ਸਮਾਸ ਪਰੰਪਰਾਗਤ ਰੂਪ, ਸਮਾਸ ਮਤਲਬ ਕਿ ਸਮਾਸੀ ਜਿਹੜਾ ਆਪਾਂ ਕਹਿੰਦੇ ਕਿ ਦੋ ਸ਼ਬਦ ਜੁੜੇ ਹੋਏ ਨੇ, ਵਿੱਚ ਪ੍ਰਚਲਿਤ ਉਸ ਕਥਾ ਰੂਪ ਲਈ ਪ੍ਰਯੋਗ ਹੁੰਦਾ ਜਿਸ ਦੀ ਇਤਿਹਾਸਕਤਾ ਬਾਰੇ ਕੋਈ ਪ੍ਰਮਾਣ ਨਹੀਂ ਹੈ ਸਾਡੇ ਕੋਲ, ਸਿਰਫ ਸੁਣੀ ਸੁਣਾਈ ਗੱਲ ਅੱਗੇ ਅੱਗੇ ਤੁਰੀ। ਪੰਜਾਬੀ ਵਿੱਚ ਇਹ ਸ਼ਬਦ ਅੰਗਰੇਜ਼ੀ ਦੇ ਸ਼ਬਦ ਲੈਜੈਂਡਸ ਅਤੇ ਪਾਲੀ ਦੇ ਸ਼ਬਦ ਅਵਧਾਨ ਦਾ ਸਮਾਨਾਰਥਕ ਹੈ। ਪੰਜਾਬੀ ਦੇ ਵਿੱਚ ਵੀ ਅਵਧਾਨ ਸ਼ਬਦ ਵਰਤਿਆ ਜਾਂਦਾ ਹੈ ਦੰਦ ਕਥਾ ਲਈ, ਅਵਧਾਨ ਕਥਾਵਾਂ। ਤਾਂ ਜੇਕਰ ਅਵਧਾਨ, ਸਾਨੂੰ ਛੋਟਾ ਸਵਾਲ ਵੀ ਕਿਤੇ ਆਉਂਦਾ ਹੈ ਕੀ ਹੁੰਦਾ ਹੈ, ਤਾਂ ਉਹ ਸਾਡੇ ਲਈ ਦੰਦ ਕਥਾ ਹੀ ਹੁੰਦੀ ਹੈ। ਦੰਦ ਕਥਾ ਮਿੱਥ ਅਤੇ ਸਧਾਰਨ ਕਹਾਣੀ ਦੇ ਮੱਧ ਵਿੱਚ ਆਉਂਦੀ ਹੈ। ਸਧਾਰਨ ਕਹਾਣੀ ਜਿਹੜੀ ਐਕਚੁਅਲ ਹੋਵੇ, ਮਿੱਥ ਕਹਾਣੀ ਜਿਹਦੇ ਵਿੱਚ ਕਲਪਨਾ ਦਾ ਅੰਸ਼ ਜ਼ਿਆਦਾ ਹੋਵੇ। ਹਰ ਦੰਦ ਕਥਾ ਦਾ ਆਰੰਭ ਕਿਸੇ ਤੱਥ ਤੋਂ ਹੁੰਦਾ ਹੈ, ਬਾਅਦ ਵਿੱਚ ਉਸ ਵਿੱਚ ਮਿਥਿਕ ਤੱਤ ਜਿਹੜੇ ਨੇ ਉਹ ਜੁੜ ਜਾਂਦੇ ਨੇ। ਲੋਕ ਜੀਵਨ ਵਿੱਚ ਹੁਣ ਜਿਵੇਂ ਆਪਾਂ ਕਹਿੰਦੇ ਕਿ ਪੂਰਨ ਭਗਤ ਦੀਆਂ ਕਹਾਣੀਆਂ ਨੇ, ਬਹੁਤ ਵੱਡਾ ਨਾਮ ਬਣ ਗਿਆ ਸਾਡੇ ਲਈ, ਲੈਜੈਂਡ ਬਣ ਗਿਆ ਉਹ, ਠੀਕ ਹੈ। ਉਹਦੇ ਵਿੱਚ ਵੀ ਬਹੁਤ ਸਾਰੇ ਮਿਥਿਕ ਅੰਸ਼ ਜਿਹੜੇ ਨੇ ਉਹ ਆ ਗਏ ਨੇ। ਜਿਵੇਂ ਆਪਾਂ ਕਹਿੰਦੇ ਕਿ ਇੰਨੇ ਵਰੇ ਖੂਹ 'ਚ ਰਹਿਣਾ, ਪਰ ਜੇ ਆਪਾਂ ਦੇਖੀਏ ਕਿ ਸਧਾਰਨ ਜੇਕਰ ਕਹਾਣੀ ਦੇਖੀਏ ਸਧਾਰਨ ਵਿਅਕਤੀ ਦੇ ਤੌਰ ਤੇ, ਤਾਂ ਇੰਨੇ ਵਰੇ ਕੋਈ ਖੂਹ 'ਚ ਕਿਵੇਂ ਰਹਿ ਸਕਦਾ ਹੈ, ਉਹ 5-4 ਦਿਨ 'ਚ ਹੀ ਮਰ ਜਾਏਗਾ। ਪਰ ਇਸ ਨੂੰ ਅਸੀਂ ਕਹਾਂਗੇ ਕਿ ਇਹ ਮਿਥਿਕ ਅੰਸ਼ ਨੇ। ਮਿਥਿਹਾਸ ਵੀ ਬੜਾ ਅਮੀਰ ਹੈ ਕਿ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਸਿੰਬੋਲਿਕ ਹੈ ਕਿ ਭਾਵੇਂ ਜਿਹੜੀ ਚੰਗੀ ਵੈਲਿਊ ਹੈ ਉਹ ਕਿੰਨਾ ਮਰਜ਼ੀ ਚਿਰ ਅਸੀਂ ਉਹਨੂੰ ਦਬਾਈ ਰੱਖੀਏ, ਉਹ ਮਰਦੀ ਨਹੀਂ ਹੈ। ਮਤਲਬ ਇਹ ਹੈ ਅਸੀਂ ਉਹਨੂੰ ਕਿਸੇ ਪਾਤਰ ਦੇ ਰੂਪ ਦੇ ਵਿੱਚ ਜਿਹੜਾ ਵਿਅਕਤ ਕਰ ਰਹੇ ਹਾਂ, ਇਸ ਲਈ ਸਾਨੂੰ ਉਹਦੇ ਵਿੱਚ ਜਿਹੜੇ ਨੇ ਮਿਥਿਕ ਅੰਸ਼ ਨਜ਼ਰ ਆਉਂਦੇ। ਮਿਥ ਦਾ ਵੀ ਆਪਣਾ ਇੱਕ ਅਰਥ ਹੈ। ਜਦੋਂ ਅਸੀਂ ਮਿਥਿਹਾਸ ਪੜ੍ਹਦੇ ਹਾਂ ਉਹਦਾ ਵੀ ਆਪਣਾ ਇੱਕ ਜਿਹੜਾ ਵਿਸ਼ਲੇਸ਼ਣ ਕਰਨ ਦਾ ਢੰਗ ਹੈ, ਉਸਨੂੰ ਵੀ ਅਸੀਂ ਸਮਝਿਆ ਜਾ ਸਕਦਾ। ਇਸ ਲਈ ਅਸੀਂ ਕਹਿੰਦੇ ਕਿ ਸਾਡਾ ਜਿਹੜਾ ਮਿਥਿਹਾਸ ਹੈ ਬੜਾ ਹੀ ਅਮੀਰ ਹੈ। ਇਹ ਹੋ ਗਈਆਂ ਦੰਦ ਕਥਾਵਾਂ। ਅੱਗੇ ਹੈਗੀਆਂ ਜੀ ਮਿਥਿਕ ਕਥਾਵਾਂ, ਜਾਂ ਜਿਨ੍ਹਾਂ ਨੂੰ ਅਸੀਂ ਪੁਰਾਣ ਕਥਾਵਾਂ ਵੀ ਕਹਿੰਦੇ ਹਾਂ। ਮਿਥਿਕ ਕਥਾਵਾਂ ਜਾਂ ਪੁਰਾਣ ਕਥਾਵਾਂ ਦਾ ਆਧਾਰ ਮਿਥ ਸਿਰਜਣ ਦੇ ਅਮਲ ਤੋਂ ਹੈ। ਮਿਥ ਹੁੰਦੀ ਹੈ ਕਲਪਨਾ, ਜਿਸ ਚੀਜ਼ ਬਾਰੇ ਅਸੀਂ ਨਹੀਂ ਜਾਣਦੇ ਅਸੀਂ ਉਹਦੇ ਬਾਰੇ ਕੁਝ ਵੀ ਮਿਥ ਲੈਂਦੇ ਹਾਂ ਆਪਣੇ ਅਨੁਸਾਰ ਵੀ ਇਹ ਏਦਾਂ ਹੀ ਹੋਏਗੀ। ਤਾਂ ਮਿਥ ਦਾ ਬੁਨਿਆਦੀ ਸੰਬੰਧ ਜਿਹੜਾ ਮਨੁੱਖ ਦੇ ਅਧਿਆਤਮਕ ਜੀਵਨ ਨਾਲ ਹੈ, ਕਿਉਂਕਿ ਵੱਖ-ਵੱਖ ਮਿਥਾਂ ਮਾਨਵ ਜਾਤੀ ਦੇ ਅੰਤਮ ਸਰੋਕਾਰਾਂ ਦਾ ਹੀ ਪ੍ਰਤੀਕਾਤਮਕ ਸੰਗ੍ਰਹਿ ਹੁੰਦੀਆਂ ਨੇ। ਮਤਲਬ ਕਿ ਅਧਿਆਤਮਕ ਜੀਵਨ ਨਾਲ ਮੀਨਸ ਇਹ ਜੀਵਨ ਕੀ ਹੈ, ਮਿਥ ਹੈ। ਅਗਲਾ ਜੀਵਨ ਕੀ ਅਸੀਂ ਨੇ ਕਲਪਨਾ ਕਰੀ ਹੋਈ ਹੈ ਕਿ ਅੱਗੇ ਅਸੀਂ ਨੇ ਆਪਣਾ ਹਿਸਾਬ ਦੇਣਾ ਹੈ, ਆਪਦੇ ਕਰਮਾਂ ਦਾ ਹਿਸਾਬ ਦੇਣਾ ਹੈ, ਸਾਨੂੰ ਪਰਮਾਤਮਾ ਦੇ ਦਰਬਾਰ ਹਾਜ਼ਰ ਹੋਣਾ ਪਏਗਾ। ਇਹ ਸਾਰਾ ਜਿਹੜਾ ਹੈ ਸਾਡੇ ਅਧਿਆਤਮਕ ਜੀਵਨ ਨਾਲ ਸੰਬੰਧਿਤ ਇਹ ਮਿਥਿਹਾਸ ਹੈ। ਮਿਥਿਕ ਕਹਾਣੀ ਦੇ ਪਾਤਰ ਦੇਵੀ ਦੇਵਤੇ ਹੁੰਦੇ ਨੇ ਮਿਥੇ ਹੋਏ।
इस दुनिया दे नहीं, वो किते होर दे ने। ਇਹ ਗੱਲ ਇਹਨਾਂ ਦੂਜੀਆਂ ਨੂੰ ਇਹਨਾਂ ਜਿਹੜੀਆਂ ਕਹਾਣੀਆਂ ਨੇ ਉਹ ਦੂਜੀਆਂ ਲੋਕ ਕਹਾਣੀਆਂ ਤੋਂ ਇਹ ਚੀਜ਼ ਵੱਖਰੀ ਕਰਦੀ ਹੈ ਕਿ ਮਿਥਿਕ ਕਥਾਵਾਂ ਜਿਹੜੀਆਂ ਨੇ ਇਸ ਦੁਨੀਆ ਨਾਲ ਸੰਬੰਧਿਤ ਨਹੀਂ ਹੁੰਦੀਆਂ, ਇਹਦੇ ਵਿੱਚ ਦੇਵੀ ਦੇਵਤਿਆਂ ਦੇ ਵੇਰਵੇ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ। ਅੱਗੇ ਆ ਗਈਆਂ ਜੀ ਲੋਕ ਗਾਥਾ। ਲੋਕ ਗਾਥਾ ਵੀ ਲੋਕ ਕਹਾਣੀ ਦਾ ਹੀ ਕਾਵਮਈ ਪ੍ਰਗਟਾਵਾ ਹੈ। ਮਹਾਨ ਕੋਸ਼ ਅਨੁਸਾਰ ਗਾਥਾ ਸ਼ਬਦ ਕਹਾਣੀ ਵੰਸ਼ ਵਰਣਿਤ ਇਤਿਹਾਸਕ ਪ੍ਰਸੰਗ ਲਈ ਪ੍ਰਯੋਗ ਹੋਣ ਵਾਲਾ ਸ਼ਬਦ ਹੈ। ਇਹਦੇ ਵਿੱਚ ਪਾਤਰ ਵੀ ਇਹੋ ਜਿਹੇ ਹੁੰਦੇ ਨੇ, ਕਿਸੇ ਖਾਸ ਵੰਸ਼ ਦੇ ਹੁੰਦੇ ਨੇ, ਕਿਸੇ ਖਾਸ ਵਰਣ ਦੇ, ਜਾਂ ਕਿਸੇ ਇਤਿਹਾਸਕ ਪ੍ਰਸੰਗ ਦੇ ਵਿੱਚ ਕਿਸੇ ਸੂਰਬੀਰ ਨੂੰ ਉਹਦੀ ਲੋਕ ਗਾਥਾ ਗਾਈ ਜਾਂਦੀ ਹੈ। ਇਸ ਨੂੰ ਛੰਦ ਦੇ ਨਾਂ ਵਜੋਂ ਵੀ, ਇੱਕ ਪ੍ਰਾਚੀਨ ਭਾਸ਼ਾ ਦੇ ਨਾਂ ਵਜੋਂ ਵੀ ਜਿਹੜਾ ਹੈ ਉਹ ਪ੍ਰਯੋਗ ਦੇ ਵਿੱਚ ਲਿਆਂਦਾ ਜਾਂਦਾ ਹੈ। ਲੋਕ ਗਾਥਾ ਅੰਗਰੇਜ਼ੀ ਦਾ ਸ਼ਬਦ ਹੈ ਫੋਕ ਬੈਲਡਸ। ਬੈਲਡਸ ਪ੍ਰਸ਼ੰਸਾਮਈ ਜਿਹੜੇ ਨੇ ਉਹ ਗੀਤ ਹੁੰਦੇ ਨੇ। ਡਾਕਟਰ ਸਤੇਂਦਰ ਅਨੁਸਾਰ ਅਜਿਹੀਆਂ ਸਾਰੀਆਂ ਗਾਥਾਵਾਂ ਜਿਹੜੀਆਂ ਯਥਾਰਥਕ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੁਣ ਲੋਕ ਗਾਥਾਵਾਂ ਨੇ, ਮਤਲਬ ਕਿ ਉਹਦੇ ਪਾਤਰ ਕਿਤੇ ਨਾ ਕਿਤੇ ਇਤਿਹਾਸਕ ਬਿੰਦੂ ਦੇ ਉੱਤੇ ਹੋਏ ਹੋਣ, ਕੋਈ ਸੂਰਬੀਰ ਨੇ, ਯੋਧੇ ਨੇ, ਉਹਨਾਂ ਦੀਆਂ ਗਾਥਾਵਾਂ ਜਦੋਂ ਸੁਣਾਈਆਂ ਜਾਂਦੀਆਂ ਨੇ। ਡਾਕਟਰ ਥਿੰਦ ਇਹਦੇ ਬਾਰੇ ਕੀ ਕਹਿੰਦੇ ਨੇ ਕਿ ਗਾਥਾ ਇੱਕ ਅਜਿਹੀ ਪਰੰਪਰਾਗਤ ਸੰਗੀਤਕ ਕਾਵ ਗਾਥਾ ਹੈ ਜਿਸ ਵਿੱਚ ਵੀਰਤਾ ਦੇ ਕਾਰਨਾਮੇ, ਰੋਮਾਂਟਿਕ ਪ੍ਰਸੰਗ, ਰੋਮਾਂਟਿਕ ਦੇ ਵਿੱਚ ਵੀ ਅਸੀਂ ਕਲਪਨਾ ਦਾ ਅੰਸ਼ ਮੰਨਦੇ ਆ, ਜਾਂ ਕਿਸੇ ਹੋਰ ਖੇਤਰ ਦੇ ਵਿਸ਼ੇਸ਼ ਸਾਕੇ ਸੰਬੰਧੀ ਕੋਈ ਘਟਨਾ ਵਾਪਰੀ ਹੈ, ਕੋਈ ਯੁੱਧ ਹੋਇਆ, ਉਹਦੇ ਜਿਹੜੇ ਸੂਰਬੀਰ ਨੇ ਉਹਨਾਂ ਦੇ ਜਿਹੜੇ ਨੇ ਉਹ ਪ੍ਰਸ਼ੰਸਾਮਈ ਗੀਤ ਗਾਏ ਜਾਂਦੇ ਨੇ, ਉਹਨਾਂ ਨੂੰ ਸਾਦਾ ਬੋਲੀ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ। ਤੇ ਲੋਕ ਗਾਥਾਵਾਂ ਇਦਾਂ ਦੀਆਂ ਵੀ ਨੇ, ਲੋਕ ਗਾਥਾਵਾਂ ਸੁਣਾਈਆਂ ਵੀ ਜਾ ਸਕਦੀਆਂ ਨੇ ਤੇ ਗਾਈਆਂ ਜਾਂਦੀਆਂ ਨੇ। ਅੱਗੇ ਆ ਗਿਆ ਜੀ ਸਾਡਾ ਅਗਲਾ ਪਾਰਟ, ਇਹਦੇ ਵਿੱਚ ਆ ਗਿਆ ਬੁਝਾਰਤਾਂ ਅਖਾਣ ਮੁਹਾਵਰੇ ਵਾਲਾ। ਇਹ ਕਹਾਣੀ ਖਤਮ ਹੋ ਗਈ, ਅੱਗੇ ਬੁਝਾਰਤਾਂ ਹੋ ਗਈਆਂ। ਅਖਾਣ ਮੁਹਾਵਰੇ ਵਾਂਗ ਬੁਝਾਰਤਾਂ ਵਿੱਚ ਵੀ ਸਮਾਜਿਕ ਸੱਚ ਛੁਪਿਆ ਹੁੰਦਾ ਹੈ। ਇਹ ਜ਼ਿੰਦਗੀ ਦੀਆਂ ਸੱਚਾਈਆਂ ਹੀ ਨੇ ਇੱਕ ਕਿਸਮ ਦੀਆਂ। ਡਾਕਟਰ ਥਿੰਦ ਅਨੁਸਾਰ ਬੁਝਾਰਤ ਲੋਕ ਮਾਨਸੀ ਅਜਿਹੀ ਮੌਖਿਕ ਅਭਿਵਿਅਕਤੀ ਹੁੰਦੀ ਹੈ ਪੇਸ਼ਕਾਰੀ ਲੋਕ ਮਾਨਸ ਦੀ। ਲੋਕ ਮਾਨਸ ਮਤਲਬ ਕਿ ਲੋਕਾਂ ਦਾ ਮਨ, ਆਮ ਲੋਕਾਂ ਦਾ। ਫੋਕ ਨੂੰ ਅਸੀਂ ਡਿਫਾਈਨ ਕਰਿਆ ਸੀ ਪਹਿਲਾਂ, ਮੌਖਿਕ ਅਭਿਵਿਅਕਤੀ, ਜ਼ੁਬਾਨੀ ਉਹ ਕੀ ਵਿਅਕਤ ਕਰਦੇ, ਜਿਸ ਵਿੱਚ ਕੋਈ ਪ੍ਰਸ਼ਨ ਜਾਂ ਗੁੰਝਲ ਜਾਂ ਕੋਈ ਅਡਾਉਣੀ ਪਾਈ ਜਾਂਦੀ ਹੈ। ਇਹਦੇ ਵਿੱਚ ਵੀ ਜਿਹੜਾ ਜੀਵਨ ਦਾ ਸੱਚ ਛੁਪਿਆ ਹੁੰਦਾ ਹੈ। ਇਹ ਜਿਹੜੀਆਂ ਨੇ ਯਥਾਰਥਕ ਹੁੰਦੀਆਂ ਨੇ, ਯਥਾਰਥ ਨਾਲ ਸੰਬੰਧਿਤ ਹੁੰਦੀਆਂ ਨੇ, ਸਾਡੇ ਜੀਵਨ ਦੇ ਸੱਚੇ ਪੱਖ ਨਾਲ ਜਿਹੜਾ ਹੈ ਜੁੜੀਆਂ ਹੁੰਦੀਆਂ ਨੇ। ਕੁਝ ਇਹਦੇ ਵਿੱਚ ਗੁੰਝਲ ਪਾਈ ਜਾਂਦੀ ਹੈ ਜਿਹਦਾ ਫਿਰ ਜਵਾਬ ਲੱਭਿਆ ਜਾਂਦਾ ਹੈ। ਬੁਝਾਰਤਾਂ ਮੋਟੇ ਠੁੱਲੇ ਪ੍ਰਸ਼ਨ ਹੁੰਦੇ ਨੇ, ਇੱਕ ਕਿਸਮ ਦੇ ਪ੍ਰਸ਼ਨ ਹੀ ਹੁੰਦੇ ਨੇ ਕਿ ਕੀ ਹੈ, ਉਹਦਾ ਉੱਤਰ ਦੇਣਾ ਹੁੰਦਾ ਹੈ, ਜਿਨ੍ਹਾਂ ਵਿੱਚ ਆਦਮ ਬਿੰਬ, ਰੂਪਕ ਤੇ ਸੰਕਲਪ ਚਿੱਤਰਾਂ ਦੁਆਰਾ ਅਨੂਠੇ ਆਕਾਰਾਂ ਦੇ ਝੋਲੇ ਹੁੰਦੇ ਨੇ। ਰੂਪਕ ਸਿਰਜੇ ਜਾਂਦੇ ਨੇ ਕਿਸੇ ਹੋਰ ਰੂਪ ਦੇ ਵਿੱਚ, ਠੀਕ ਹੈ, ਤੇ ਉਹਨੂੰ ਅਸੀਂ ਅਸਲ ਉਹਦੇ ਨਾਲ ਜੋੜਨਾ ਹੁੰਦਾ ਹੈ। ਝੋਲੇ ਉਹਦੇ ਵਿੱਚ ਕਿਤੇ ਨਾ ਕਿਤੇ ਸਿਰਜੇ ਜਾਂਦੇ ਨੇ। ਆਕਾਰ ਵੀ ਥੋੜਾ ਜਿਹਾ ਅੰਦਾਜ਼ਾ ਜਿਹਾ ਤਾਂ ਦਿੱਤਾ ਜਾਂਦਾ ਹੈ, ਝੋਲਾ ਤਾਂ ਸਿਰਜਿਆ ਜਾਂਦਾ ਪਰ ਸਪਸ਼ਟ ਨਹੀਂ ਹੁੰਦਾ। ਸਪਸ਼ਟ ਅਸੀਂ ਨੇ ਲੱਭਣਾ ਹੁੰਦਾ ਜਵਾਬ ਦੇ ਰੂਪ ਦੇ ਵਿੱਚ, ਜਿਨ੍ਹਾਂ ਵਿੱਚ ਛੁਪੇ ਕਿਸੇ ਮੂਲ ਚਿੱਤਰ ਨੂੰ ਲੱਭਣਾ ਪੈਂਦਾ ਹੈ। ਬੁਝਾਰਤਾਂ ਵਸਤੂ ਜਗਤ ਪ੍ਰਤੀ ਚੇਤਨ ਹੁੰਦੀਆਂ ਨੇ, ਜਾਂ ਤਾਂ ਵਸਤਾਂ ਬਾਰੇ ਹੁੰਦੀਆਂ ਨੇ ਵੀ ਇਹ ਕੀ ਚੀਜ਼ ਹੈ ਦੱਸੋ, ਸਾਡੀ ਚੇਤਨਾ ਨੂੰ ਵੀ ਵਧਾਉਂਦੀਆਂ ਨੇ, ਬੁੱਧੀ ਨੂੰ ਵੀ ਤੀਖਣ ਕਰਦੀਆਂ ਨੇ, ਸੋਚਣ ਸ਼ਕਤੀ ਵਿੱਚ ਵਾਧਾ ਕਰਦੀਆਂ ਤੇ ਮਨੋਰੰਜਨ ਦਾ ਸਾਧਨ ਵੀ ਬਣਦੀਆਂ ਨੇ। ਹੁਣ ਇਹ ਦੇਖੋ ਕਿ ਬੁਝਾਰਤਾਂ ਜਿਹੜੀਆਂ ਨੇ ਇੱਕ ਕਿਸਮ ਦੀ ਮਾਨਸਿਕ ਕਸਰਤ ਨੇ, ਜਿਹੜੀਆਂ ਕਿ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਵੱਲੋਂ ਲੱਭਿਆ ਗਿਆ ਇੱਕ ਢੰਗ ਹੈ ਤਾਂ ਕਿ ਅਗਲੀ ਆਉਣ ਵਾਲੀ ਪੀੜ੍ਹੀ ਦੀ ਜਿਹੜੀ ਬੁੱਧੀ ਹੈ ਉਸ ਨੂੰ ਕਿਵੇਂ ਤਿੱਖਾ ਕਰਿਆ ਜਾਵੇ। ਫਿਰ ਅੱਗੇ ਹੈ ਜੀ ਅਖਾਣ ਜਾਂ ਮੁਹਾਵਰੇ। ਅਖਾਣ, ਅਖੌਤ, ਲੋਕੋਕਤੀ ਕਿਹਾ ਜਾਂਦਾ ਹੈ, ਕਹਾਵਤ ਕਿਹਾ ਜਾਂਦਾ ਹੈ, ਆਦਿ ਵੱਖ-ਵੱਖ ਭਾਸ਼ਾਵਾਂ ਦੇ ਇੱਕੋ ਅਰਥ ਰੱਖਣ ਵਾਲੇ ਸ਼ਬਦ ਨੇ। ਸ਼ਬਦ ਵੱਖਰੇ ਵੱਖਰੇ ਨੇ ਪਰ ਇਹਨਾਂ ਦਾ ਅਰਥ ਇੱਕੋ ਹੀ ਹੈ। ਇਹ ਸ਼ਬਦ ਅਜਿਹੇ ਸੰਕਲਪ ਨਾਲ ਜੁੜਿਆ ਜਿਸ ਵਿੱਚ ਸਿਆਣੇ ਪੁਰਸ਼ਾਂ ਦੇ ਤਜਰਬੇ ਦੇ ਆਧਾਰ ਤੇ ਸੱਚ ਦੀ ਪੇਸ਼ਕਾਰੀ ਹੋਈ ਮਿਲਦੀ ਹੈ। ਅਖਾਣ ਤੇ ਮੁਹਾਵਰੇ ਇਹ ਸਿਆਣੇ ਲੋਕਾਂ ਵੱਲੋਂ ਪਿਛਲੀਆਂ ਪੀੜ੍ਹੀਆਂ ਵੱਲੋਂ ਜ਼ਿੰਦਗੀ ਦੇ ਨਿਚੋੜ ਕੱਢੇ ਹੋਏ ਨੇ। ਇਹਨਾਂ ਵਿੱਚ ਜੀਵਨ ਦਾ ਇਲਾਹੀ ਸੱਚ ਹੁੰਦਾ ਹੈ। ਇਹ ਅਨੋਖੇ ਸਰੋਤ ਨਾਲ ਭਰੇ ਅਜਿਹੇ ਟੋਟਕੇ ਨੇ ਜਿਨ੍ਹਾਂ ਵਿੱਚ ਜੀਵਨ ਦਾ ਕਠੋਰ ਸੱਚ ਸ਼ਾਮਲ ਹੁੰਦਾ ਹੈ। ਅਖਾਣ ਲੋਕ ਮਾਨਸਿਕਤਾ ਦੇ ਚਿੰਤਨਸ਼ੀਲ ਪੱਖ ਨਾਲ ਜੁੜੇ ਹੁੰਦੇ ਨੇ। ਚਿੰਤਨਸ਼ੀਲ ਸੋਚ ਨਾਲ, ਅਸੀਂ ਕਿਵੇਂ ਗਹਿਰਾਈ ਦੇ ਵਿੱਚ ਕਿਸੇ ਵੀ ਵਿਸ਼ੇ, ਕਿਸੇ ਪੱਖ ਬਾਰੇ ਸੋਚਦੇ ਹਾਂ। ਅਖਾਣ ਨੂੰ ਵਾਕ ਵਿੱਚ ਪ੍ਰਯੋਗ ਕਰਨ ਸਮੇਂ ਇਸ ਦੇ ਪੂਰੇ ਪ੍ਰਸੰਗ ਵਿੱਚ ਉਸਾਰਨਾ ਜ਼ਰੂਰੀ ਹੈ। ਪ੍ਰਸੰਗ ਹੁੰਦਾ ਉਸ ਦਾ ਕੰਟੈਕਸਟ, ਉਹਦੇ ਕੰਟੈਕਸਟ ਤੋਂ ਬਿਨਾਂ ਸਾਨੂੰ ਸਮਝ ਨਹੀਂ ਆ ਸਕਦਾ ਕਿ ਕਿਸ ਦੇ ਸੰਬੰਧ ਵਿੱਚ ਗੱਲ ਕੀਤੀ ਜਾ ਰਹੀ ਹੈ। ਪ੍ਰਯੋਗ ਕਰਨ ਸਮੇਂ ਅਖਾਣ ਦਾ ਲਿੰਗ, ਵਚਨ, ਕਾਰਕ ਆਦਿ ਤਬਦੀਲ ਨਹੀਂ ਹੋ ਸਕਦਾ। ਇਹ ਹਮੇਸ਼ਾ ਹੀ ਭੂਤ ਦੇ ਪ੍ਰਸੰਗ ਦੇ ਵਿੱਚ ਹੀ ਜਿਹੜਾ ਹੈ ਪ੍ਰਯੋਗ ਹੁੰਦੇ ਨੇ। ਮਤਲਬ ਕਿ ਭੂਤ ਦੇ ਪ੍ਰਸੰਗ ਦੇ ਵਿੱਚ ਇਸ ਲਈ ਕਿਉਂਕਿ ਪਿਛਲੀਆਂ ਪੀੜ੍ਹੀਆਂ ਦਾ ਕੱਢਿਆ ਹੋਇਆ ਨਿਚੋੜ ਹੈ ਤੇ ਅੱਜ ਤੇ ਲਾਗੂ ਹੁੰਦਾ ਹੈ ਤੇ ਭਵਿੱਖ ਤੇ ਵੀ ਲਾਗੂ ਹੁੰਦਾ ਹੈ। ਅੱਗੇ ਆ ਗਏ ਜੀ ਸਾਡੇ ਮੁਹਾਵਰੇ। ਅਖਾਣਾਂ ਵਾਂਗ ਮੁਹਾਵਰੇ ਵੀ ਲੋਕ ਸੱਚਾਈ ਨੂੰ ਹੀ ਪੇਸ਼ ਕਰਦੇ ਨੇ। ਅਖਾਣ ਮੁਹਾਵਰੇ ਅਸੀਂ ਇਕੱਠੇ ਵਰਤਦੇ ਹਾਂ। ਮੁਹਾਵਰੇ ਭਾਸ਼ਾਈ ਚੁਸਤੀ,
ਸਾਰਥਿਕਤਾ, ਅੰਚਲਿਕਤਾ। ਅੰਚਲਿਕਤਾ ਕਿਸੇ ਖਾਸ ਇਲਾਕੇ ਨਾਲ ਸੰਬੰਧਿਤ ਹੋ ਸਕਦੇ ਨੇ ਮੁਹਾਵਰੇ, ਉਹਨੂੰ ਦਰਸਾਉਣ ਲਈ ਵਰਤੇ ਜਾਂਦੇ ਨੇ। ਇਹ ਗੱਲ ਨੂੰ ਨੀਰਸ ਅਤੇ ਪ੍ਰਸੰਗ ਰਹਿਤ ਬਣਾਉਣ ਤੋਂ ਬਚਾਉਂਦੇ ਨੇ, ਇੰਟਰਸਟਿੰਗ ਹੁੰਦੇ ਨੇ। ਮੁਹਾਵਰੇ ਨੂੰ ਵਾਕ ਵਿੱਚ ਪ੍ਰਯੋਗ ਕਰਨ ਸਮੇਂ ਇਸ ਦਾ ਲਿੰਗ, ਵਚਨ, ਕਾਲ ਅਤੇ ਕਾਰਕ ਤਬਦੀਲ ਹੋ ਸਕਦੇ ਨੇ, ਪਰ ਅਖਾਣਾਂ ਦਾ ਨਹੀਂ। ਮੁਹਾਵਰਾ ਵਾਰ-ਵਾਰ ਦੁਹਰਾਏ ਜਾਣ ਵਾਲਾ, ਰੌਚਕ, ਸੁਹਜਾਤਮਕ ਅਤੇ ਸਮੂਹ ਪ੍ਰਵਾਣਿਤ ਸੱਚ ਹੁੰਦਾ ਹੈ। ਸਮੂਹ ਵੱਲੋਂ ਪ੍ਰਵਾਣਿਆ ਗਿਆ ਹੁੰਦਾ ਹੈ, ਵਾਰੀ-ਵਾਰੀ ਦੁਹਰਾਇਆ ਜਾਂਦਾ ਹੈ। ਕਿਸੇ ਭਾਸ਼ਾ ਦੀ ਅਮੀਰੀ ਉਸਦੇ ਮੁਹਾਵਰਿਆਂ ਤੋਂ ਹੀ ਵੇਖੀ ਜਾ ਸਕਦੀ ਹੈ। ਅੱਗੇ ਹੈਗਾ ਜੀ ਲੋਕ ਸਿਆਣਪਾਂ ਨੇ। ਅਖਾਣ ਮੁਹਾਵਰੇ ਵਾਂਗ ਹੀ ਲੋਕ ਸਿਆਣਪਾਂ ਵੀ ਹੁੰਦੀਆਂ ਨੇ। ਇਹਦੇ ਵਿੱਚ ਵੀ ਸੱਚ ਦਾ ਹੀ ਬੋਲਬਾਲਾ ਹੈ। ਜੀਵਨ ਦਾ ਤਜਰਬਾ, ਜ਼ਿੰਦਗੀ ਦੇ ਕਠੋਰ ਕੌੜੇ ਸੱਚ ਨੂੰ ਇਹਨਾਂ ਟੋਟਕਿਆਂ ਵਿੱਚ ਛੁਪਾਇਆ ਜਾਂਦਾ ਹੈ ਤੇ ਨਸੀਹਤਨਾਮੇ ਵੀ ਹੁੰਦੇ ਨੇ, ਨਸੀਹਤਾਂ ਵੀ ਦਿੰਦੇ ਨੇ। ਹੁਣ ਆ ਦੇਖੋ, ਪੈਰ ਗਰਮ, ਪੇਟ ਨਰਮ, ਸਿਰ ਠੰਡਾ, ਡਾਕਟਰ ਦੇ ਸਿਰ ਵਿੱਚ ਮਾਰੋ ਡੰਡਾ। ਮਤਲਬ ਕਿ ਰਹਿਣੀ ਬਹਿਣੀ ਸਿਹਤ ਨਾਲ ਸੰਬੰਧਿਤ ਹੈ। ਇਹ ਲੋਕ ਸਿਆਣਪ ਹੈ ਕਿ ਜੇਕਰ ਤੁਹਾਡਾ ਸਰੀਰ ਏਦਾਂ ਦਾ ਰਹਿੰਦਾ ਤਾਂ ਤੁਹਾਨੂੰ ਕਿਸੇ ਕਿਸਮ ਦੀ ਇਹਦਾ ਮਤਲਬ ਬਿਮਾਰੀ ਜਿਹੜੀ ਹੈ ਉਹ ਨਹੀਂ ਹੈ। ਕਾਂ ਕਰਾੜ ਕੁੱਤੇ ਦਾ, ਵਿਸਾਹ ਨਾ ਕਰੀਏ ਸੁੱਤੇ ਦਾ। ਹੁਣ ਇਹ ਵੀ ਜਿਹੜਾ ਹੈ ਸਿਆਣਪ ਹੈ ਕਿ ਕਿਵੇਂ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਵਿਵਹਾਰ ਜਿਹੜਾ ਹੈ ਉਹ ਕਿਵੇਂ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਨੇ। ਅੱਤ ਭਲਾ ਨਾ ਬੋਲਣਾ, ਅੱਤ ਭਲੀ ਨਾ ਚੁੱਪ, ਅੱਤ ਭਲਾ ਨਾ ਮੇਘਲਾ, ਅੱਤ ਭਲੀ ਨਾ ਧੁੱਪ। ਇਹ ਵੀ ਲੋਕ ਸਿਆਣਪ ਹੈ ਕਿ ਅੱਤ ਹਰ ਚੀਜ਼ ਦੀ ਮਾੜੀ ਹੁੰਦੀ ਹੈ। ਸੋ ਇਸ ਤਰ੍ਹਾਂ ਅਸੀਂ ਨੇ ਜਿਹੜਾ ਹੈ ਹੋਰ ਨਮੂਨੇ ਵੀ ਹੋ ਸਕਦੇ ਨੇ। ਭਾਵ ਕੇਵਲ ਇੰਨਾ ਹੈ ਕਿ ਲੋਕ ਸਾਹਿਤ ਇੱਕ ਵਿਸ਼ਾਲ ਅਤੇ ਗਹਿਰਾ ਸਾਗਰ ਹੈ। ਅਤਿਅੰਤ ਇਹਦੇ ਵਿੱਚ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਰੂਪ ਪਏ ਨੇ। ਇਸ ਦਾ ਵੇਗ ਅਸੀਮ ਹੈ, ਵਹਾਓ ਜਿਹੜਾ ਹੈ ਅਨੰਤ ਹੈ। ਇਹ ਨਿਰੰਤਰ ਵਹਿੰਦੀ ਧਾਰਾ ਹੈ ਜਿਸ ਦਾ ਨਿਖੁੱਟ ਜਾਣਾ ਕੋਈ ਖਤਰਾ ਨਹੀਂ। ਜਿੰਨੇ ਗੋਤਾਖੋਰ ਇਸ ਵਿੱਚ ਪ੍ਰਵੇਸ਼ ਕਰ, ਇੱਕ ਨਿਖੁੱਟ ਜਾਣਾ ਖਤਮ ਨਹੀਂ ਹੁੰਦਾ ਹੈ। ਜਿੰਨੇ ਗੋਤਾਖੋਰ ਪ੍ਰਵੇਸ਼ ਕਰਨਗੇ ਜੀਵਨ ਦੇ ਅਨਮੋਲ ਮੋਤੀ, ਹੀਰੇ, ਜਵਾਹਰਾਤ ਤੋਂ ਪ੍ਰਾਪਤ ਕਰਨਗੇ। ਯਾਨੀ ਕਿ ਜਿੰਨਾ ਅਸੀਂ ਇਹਨੂੰ ਸਟੱਡੀ ਕਰਦੇ ਹਾਂ, ਜਿੰਨਾ ਅਸੀਂ ਇਹਨੂੰ ਪੜ੍ਹਦੇ ਹਾਂ, ਉਹਨਾਂ ਸਾਨੂੰ ਹੋਰ ਮਿਲਦਾ ਰਹਿੰਦਾ ਹੈ। ਇਹ ਜੀਵਨ ਦੇ ਪੌਸ਼ਟਿਕ ਅਤੇ ਸਵਾਦਲੇ ਫਲ ਨੇ ਜਿਹੜੇ ਤਕੜੀ ਨਰੋਈ ਸਿਹਤ ਅਤੇ ਮਾਨਸਿਕ ਅਵਸਥਾ ਲਈ ਨਿਹਾਇਤ ਹੀ ਜ਼ਰੂਰੀ ਨੇ। ਇਹ ਜ਼ਰੂਰੀ ਹੈ ਕਿ ਲੋਕ ਸਾਹਿਤ ਜਿਹੜਾ ਕਿੰਨਾ ਅਮੀਰ ਹੈ, ਇਹਦੇ ਵਿੱਚ ਕਿੰਨੀ ਸਿਹਤ ਹੈ ਸਾਡੀ, ਕਿੰਨੀ ਸਾਡੀ ਮਾਨਸਿਕ ਪੱਧਰ ਤੇ ਸਾਡੀ ਤਕੜਾਈ ਜਿਹੜੀ ਹੈ ਉਹ ਪਈ ਹੈ। ਲੋਕ ਸਾਹਿਤ ਨੂੰ ਨਿਮਰ ਦਰਜੇ ਦਾ ਸਾਹਿਤ ਕਹਿਣ ਵਾਲੇ ਕਿਸੇ ਵਿਚਾਰਧਾਰੀ ਸੰਕੀਰਨਤਾ ਦੇ ਬੰਦੀਵਾਨ ਹੋ ਸਕਦੇ ਨੇ ਕਿ ਇਸ ਨੂੰ ਅਸੀਂ ਨਿਮਨ ਦਰਜੇ ਦਾ ਸਾਹਿਤ ਨਹੀਂ ਕਹਿਣਾ। ਇਹ ਤੋਂ ਬਿਨਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਆਪਣਾ ਆਪਾ ਵੀ ਅਧੂਰਾ ਹੈ। ਲੋਕ ਸਾਹਿਤ ਲੋਕ ਜੀਵਨ ਦੀ ਸੱਚੀ ਸੁੱਚੀ ਨੁਹਾਰ ਪੇਸ਼ ਕਰਨ ਵਾਲਾ ਅਨੋਖਾ ਦਰਪਣ ਹੈ। ਇਸ ਦਰਪਣ ਵਿੱਚ ਸਾਨੂੰ ਸੱਚਮੁੱਚ ਹੀ ਆਪਣੇ ਪੁਰਖਿਆਂ ਦਾ ਮੁਹਾਂਦਰਾ ਨਜ਼ਰ ਆਉਂਦਾ ਹੈ। ਸਾਨੂੰ ਪਿਛਲੀਆਂ ਪੀੜ੍ਹੀਆਂ ਦਾ ਜਿਹੜਾ ਦਿੱਤਾ ਹੋਇਆ ਖਜ਼ਾਨਾ ਹੈ ਉਹਦੀ ਇਹਦੇ 'ਚ ਸਾਨੂੰ ਝਲਕ ਜਿਹੜੀ ਹੈ ਉਹ ਪੈਂਦੀ ਹੈ। ਇਸ ਲਈ ਸਾਡੇ ਲਈ ਇਹ ਬਹੁਤ ਹੀ ਬੇਸ਼ਕੀਮਤੀ ਹੈ, ਬਹੁਤ ਹੀ ਅਮੀਰ ਹੈ ਤੇ ਹਰੇਕ ਕੌਮ ਲਈ ਉਸ ਦਾ ਲੋਕ ਸਾਹਿਤ ਜਿਹੜਾ ਹੈ ਉਹਦਾ ਸਭ ਤੋਂ ਅਮੁੱਲਾ ਖਜ਼ਾਨਾ ਹੁੰਦਾ ਹੈ। ਥੈਂਕਸ ਅ ਲੋਟ।